ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਅੱਜ ਆਪਾਂ ਗੱਲ ਕਰਦੇ ਹਾਂ ਜੀ ਨੈਟਵਰਕ ਬਾਰੇ। ਠੀਕ ਹੈ ਜੀ, ਨੈਟਵਰਕ ਦਾ ਪਹਿਲਾ ਲੈਕਚਰ ਆਪਣਾ ਲੱਗ ਚੁੱਕਿਆ। ਇਹਦੇ ਵਿੱਚ ਤੁਹਾਨੂੰ ਸਾਰਾ ਕੁਝ ਦੱਸਤਾ ਸੀ ਨੈਟਵਰਕ ਬਾਰੇ ਮੈਂ। ਅਤੇ ਇਹਦੇ 2 ਲੈਕਚਰ ਹੋਰ ਹੈ, ਇੱਕ ਅੱਜ ਵਾਲਾ, ਇੱਕ ਲੈਕਚਰ ਹੋਰ ਲੱਗਣਾ ਇਹਦਾ। ਠੀਕ ਹੈ, ਨੈਟਵਰਕ ਦਾ, ਕਿਉਂਕਿ ਨੈਟਵਰਕ ਬਹੁਤ ਜ਼ਿਆਦਾ ਮਹੱਤਵਪੂਰਨ ਚੈਪਟਰ ਆ, ਕਿਉਂਕਿ ਇਹਦੇ ਵਿੱਚ ਆਪਰੇਸ਼ਨ ਬਣਦੇ ਫੁੱਲ ਚਾਂਸ ਹੁੰਦੇ ਆ। ਇੱਕ ਕੰਪਿਊਟਰ ਦਾ ਥੋੜ੍ਹਾ ਜਿਹਾ ਮਾਰਜਨ ਜ਼ਿਆਦਾ ਕਰਕੇ ਆਪਾਂ ਨੂੰ ਥੋੜ੍ਹਾ ਡੀਪਲੀ ਵੀ ਪੜ੍ਹਨਾ ਪਊਗਾ। ਇਹ ਜਿਹੜਾ ਆਪਾਂ ਕਰ ਰਹੇ ਹਾਂ ਇਹ IT ਲੈਵਲ ਦਾ ਗਾ। ਠੀਕ ਹੈ, IT ਲੈਵਲ ਦਾ। ਅਤੇ ਜਿਵੇਂ ਨਾ ਤੂੰ ਨੈਟਵਰਕ ਮੈਂ ਕਰਵਾਊਂਗਾ ਇਸ ਤਰ੍ਹਾਂ ਨਾਲ, ਇਹ ਜਿਹਾ ਨੈਟਵਰਕ ਤੈਨੂੰ ਕਿਸੇ ਚੈਨਲ 'ਤੇ ਨਹੀਂ ਮਿਲਣਾ। ਇਹ ਤੁਹਾਨੂੰ ਆਪੇ ਪਤਾ ਲੱਗ ਜੂ ਜਦੋਂ ਆਪਾਂ ਕੰਟੈਂਟ ਸ਼ੁਰੂ ਕਰਾਂਗੇ। ਠੀਕ ਹੈ, ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਭਾਈ, ਬੇਨਤੀ ਹੈ ਤੁਹਾਡੇ ਮੂਹਰੇ, ਵੀਡੀਓ ਨੂੰ ਲਾਈਕ ਕਰ ਦਿਆ ਕਰੋ ਵੱਧ ਤੋਂ ਵੱਧ। ਨੈਟਵਰਕ, ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਨੈਟਵਰਕ ਬਾਰੇ ਮੈਂ ਬਹੁਤ ਚੀਜ਼ਾਂ ਸਮਝਾ ਦਿੱਤੀਆਂ ਸੀ, ਨੈਟਵਰਕ ਕੀ ਹੁੰਦਾ ਗਾ। ਠੀਕ ਹੈ, ਅਤੇ ਨੈਟਵਰਕ ਅੱਗੇ ਜਾ ਕੇ ਕੀ ਉਹ ਕੰਮ ਕਰਦਾ, ਕੀ ਹੁੰਦਾ ਇਹਦਾ ਪ੍ਰੋਸੈਸ ਸਾਰਾ। ਠੀਕ ਹੈ ਜੀ, ਉਹਦੇ 'ਚ ਤੁਹਾਨੂੰ ਮੈਂ ਦੱਸਿਆ ਸੀ ਕਿ ਸੀਰੀਅਲ ਪੈਰਲਰ ਕਨੈਕਸ਼ਨ। ਠੀਕ ਹੈ, ਪੋਰਟ ਕੀ ਹੁੰਦੀ ਹੈਗੀ, ਕਿਵੇਂ ਉਹਦੇ 'ਚ ਡਾਟਾ ਸੈਂਡ ਕੀਤਾ ਜਾਂਦਾ, ਕਿਵੇਂ ਰਿਸੀਵਰ ਨੈਟਵਰਕ ਕਿੰਨੇ ਤਰ੍ਹਾਂ ਦੇ ਹੁੰਦੇ, ਲੈਨ ਬੈਨ ਪੈਨ। ਠੀਕ ਹੈ, ਉਹ ਸਾਰੇ ਨੈਟਵਰਕ ਬਾਰੇ ਆਪਾਂ ਚਰਚਾ ਕੀਤੀ ਸੀ। ਅਤੇ ਸਾਰੇ ਜਿਹੜੇ ਆਪਾਂ ਸਾਰੀਆਂ ਜਿਹੜੀਆਂ ਆਪਣੀਆਂ ਉਹ ਹੈ ਨੈਟਵਰਕ ਹੈ, ਜਿਵੇਂ ਵਾਈਫਾਈ ਹੋ ਗਿਆ, ਵਾਈਫਾਈ ਟੋਕਨ ਹੋ ਗਿਆ, ਠੀਕ ਹੈ, ਬਲੂਟੂਥ ਹੋ ਗਈ, ਇਹਨਾਂ ਸਾਰਿਆਂ ਆਪਾਂ IE ਨੰਬਰ ਕਰੇ ਸੀ, ਉਹ ਵੀ ਤੁਸੀਂ ਸਾਰਿਆਂ ਨੇ ਯਾਦ ਕਰਨੇ ਆ। ਹੁਣ ਦੇਖੋ ਅਗਲੇ ਦੇ ਵਿੱਚ ਉਹਦਾ ਨੈਟਵਰਕ ਦੀਆਂ ਕਿਸਮਾਂ ਸੀ ਕਿ ਨੈਟਵਰਕ ਕਿੰਨੇ ਤਰ੍ਹਾਂ ਦੇ ਹੁੰਦੇ ਆ। ਅੱਜ ਆਪਾਂ ਕੀ ਕਰਨਾ, ਨੈਟਵਰਕ ਨੂੰ ਕਨੈਕਸ਼ਨ ਕਿਵੇਂ ਦਿੱਤਾ ਜਾਂਦਾ, ਨੈਟਵਰਕ ਨੂੰ ਕਨੈਕਸ਼ਨ ਕਿਵੇਂ ਦਿੱਤਾ ਜਾਂਦਾ ਗਾ। ਠੀਕ ਹੈ ਜੀ, ਦੇਖੋ ਨੈਟਵਰਕ ਨੂੰ ਕਨੈਕਸ਼ਨ ਕਿਵੇਂ ਦਿੱਤਾ ਜਾਂਦਾ ਗਾ। ਸਭ ਤੋਂ ਪਹਿਲਾਂ ਨੈਟਵਰਕ ਦੇ ਦੂਜੇ ਭਾਗ ਵਿੱਚ ਅਸੀਂ ਇਸ ਦੇ ਹੋਰ ਕੰਮਾਂ ਬਾਰੇ ਜਾਣਾਂਗੇ ਜੋ ਸਾਡੇ ਪੇਪਰ ਦੇ ਮਾਧਿਅਮ ਤੋਂ ਬਹੁਤ ਹੀ ਮਹੱਤਵਪੂਰਨ ਹਨ। ਦੇਖੋ, ਅਕੋਰਡਿੰਗ ਟੂ ਕਨੈਕਸ਼ਨ, ਇੰਟਰਨੈੱਟ ਦੇ ਕਨੈਕਸ਼ਨ ਕਿਵੇਂ ਦਿੱਤੇ ਜਾਂਦੇ ਹਨ। ਠੀਕ ਹੈ, ਜੇ ਆਪਾਂ ਇੰਟਰਨੈੱਟ ਦਾ ਕਨੈਕਸ਼ਨ ਦੇਵਾਂਗੇ ਫਿਰ ਹੀ ਆਪਣੇ ਕੋਲ ਨੈਟਵਰਕ ਆਊਗਾ। ਠੀਕ ਹੈ, ਜਦੋਂ ਕਿਸੇ ਕੰਪਿਊਟਰ ਦਾ ਸੰਬੰਧ ਨੈਟਵਰਕ ਨਾਲ ਹੁੰਦਾ ਹੈਗਾ ਉਸ ਨੂੰ ਇੰਟਰਨੈੱਟ ਕਹਿ ਦਿੰਦੇ ਆਪਾਂ। ਇੰਟਰਨੈੱਟ ਕਨੈਕਸ਼ਨ ਜਿਹੜੇ ਦਿੱਤੇ ਜਾਂਦੇ 2 ਤਰ੍ਹਾਂ ਦੇ ਹੁੰਦੇ ਆ। ਠੀਕ ਹੈ ਜੀ, ਨੈਟਵਰਕ ਕਨੈਕਸ਼ਨ, ਠੀਕ, ਅਕੋਰਡਿੰਗ ਟੂ ਕਨੈਕਸ਼ਨ, ਇਹ 2 ਤਰ੍ਹਾਂ ਦੇ ਹੁੰਦੇ ਆ ਭਾਈ। ਇੰਟਰਨੈੱਟ ਕਨੈਕਸ਼ਨ 2 ਤਰ੍ਹਾਂ ਨਾਲ ਦਿੱਤੇ ਜਾਂਦੇ ਹੁੰਦੇ ਸੀ ਪਹਿਲਾਂ। ਠੀਕ ਹੈ, ਅਤੇ ਨੈਟਵਰਕ ਤੁਹਾਨੂੰ ਪਤਾ ਹੀ ਹੈਗਾ, ਨੈਟਵਰਕ ਤਾਂ ਹੀ ਚੱਲੂਗਾ ਜੇ ਆਪਾਂ ਨੂੰ ਇੰਟਰਨੈੱਟ ਦਾ ਸੁਵਿਧਾ ਹੋਊਗੀ ਆਪਣੇ ਕੋਲ। ਠੀਕ ਹੈ, ਦੇਖੋ ਪੁੱਛ ਲੈਂਦੇ ਕਿ ਕਨੈਕਸ਼ਨ ਕਿੰਨੀ ਤਰ੍ਹਾਂ ਦੇ ਹੁੰਦੇ। ਕਨੈਕਸ਼ਨ 2 ਤਰ੍ਹਾਂ ਦੇ ਹੁੰਦੇ ਆ, ਵਾਇਰਡ ਕਨੈਕਸ਼ਨ ਅਤੇ ਵਾਇਰਲੈਸ। ਜਿੱਦਾਂ ਵਾਇਰਡ ਹੁੰਦੇ ਆ ਇਹ ਤਾਂ ਹੁੰਦੇ ਤਾਰ ਵਾਲੇ, ਜਿਹਨਾਂ ਨਾਲ ਤਾਰ ਅਟੈਚ ਹੁੰਦੀ ਹੈ ਪੁੱਤਰੋ। ਜਿਹੜੇ ਵਾਇਰਲੈਸ ਹੁੰਦੇ ਆ ਇਹ ਹੁੰਦੇ ਬਿਨਾਂ ਤਾਰ ਵਾਲੇ। ਹੁਣ ਆਪਾਂ ਇਹਨਾਂ ਦੋਨਾਂ ਬਾਰੇ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਵਾਇਰਡ ਬਾਰੇ। ਵਾਇਰਡ ਕਨੈਕਸ਼ਨ ਕਿਹੜੇ ਹੁੰਦੇ, ਜਿਹੜੇ ਤਾਰਾਂ ਵਾਲੇ ਹੁੰਦੇ ਆ। ਇਹ ਭਾਈ 3 ਤਰ੍ਹਾਂ ਦੇ ਹੁੰਦੇ ਆ। ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗੇ ਆਪਾਂ ਕੋਕਸੀਅਲ ਕੇਬਲ। ਠੀਕ ਹੈ ਜੀ, ਕੋਕਸੀਅਲ ਕੇਬਲ ਇਹ ਅੱਜ ਦੇ ਟਾਈਮ ਦੇ ਵਿੱਚ ਨਹੀਂ ਵਰਤੀ ਜਾਂਦੀ, ਇਹ ਪੁਰਾਣੇ ਟਾਈਮਾਂ ਦੇ ਵਿੱਚ ਵਰਤੀ ਜਾਂਦੀ ਸੀ, ਜਿਵੇਂ ਐਂਟੀਨਾ ਚਲਾਉਣ ਵਾਸਤੇ ਜਾਂ ਕੇਬਲ ਚਲਾਉਣ ਵਾਸਤੇ। ਠੀਕ ਹੈ, ਇਹ 2 ਟਾਈਪ ਦੀ ਹੁੰਦੀ ਹੈ। ਇਸ ਦੇ ਨਾਮ ਹਨ 10/2 ਅਤੇ 10/5। ਦੇਖੋ ਆਹ ਤੁਸੀਂ ਦੇਖੀਏ ਨਾ, ਆਹ ਤੁਸੀਂ ਦੇਖਦੇ ਹੋਗੇ ਘਰਾਂ ਦੇ ਵਿੱਚ ਆਮ ਹੀ ਜਦੋਂ ਆਪਾਂ ਕੇਬਲ ਜਾਂ ਡਿਸ਼ ਦੇ ਮਗਰ ਲੱਗੀ ਵੀ ਹੁੰਦੀ ਸੀ। ਇਹ ਹੁਣ ਵੀ ਲੱਗੀ ਹੁੰਦੀ ਹੈ ਇੱਦਾਂ ਦੇ। ਹੁਣ ਤਾਂ ਵੈਸੇ ਤਾਂ HD ਲਾਉਣ ਲਾ ਕੇ ਹੁਣ ਬਹੁਤ ਦੇ, ਫਿਰ ਵੀ ਇਹੀ ਲੱਗਦੀ ਹੈ ਹਜੇ ਵੀ। ਠੀਕ ਹੈ ਨਾ, ਇਹਨੂੰ ਆਪਾਂ ਕੋਕਸੀਅਲ ਕੇਬਲ ਕਹਿ ਦਿੰਦੇ ਹੁੰਦੇ ਹਾਂ। ਠੀਕ ਹੈ, ਅਤੇ ਇਹ ਕੀ ਕਰਦੀ ਆਪਾਂ ਨੂੰ, ਇਹ ਆਪਾਂ ਨੂੰ ਇੱਕ ਨੈਟਵਰਕ ਪ੍ਰਦਾਨ ਕਰਦੀ ਹੈ। ਠੀਕ ਹੈ, ਜਿਹਨਾਂ ਆਪਾਂ ਕੇਬਲ ਦੇਖਦੇ ਹਾਂ। ਨੰਬਰ 2 'ਤੇ ਕਿਹੜੀ ਆ ਗਈ ਪੁੱਤਰੋ, ਨੰਬਰ 2 'ਤੇ ਆ ਗਈ ਟਵਿਸਟਡ ਕੇਬਲ। ਇਹ ਦੋਨੇ ਵਾਇਰਡ ਕਨੈਕਸ਼ਨ ਦੀਆਂ ਉਦਾਹਰਨਾਂ ਪੁੱਤਰੋ। ਟਵਿਸਟਡ ਪੇਅਰ ਇਹ ਵੀ 2 ਤਰ੍ਹਾਂ ਦੀ ਹੁੰਦੀ ਹੈ। ਇਹ ਲੈਂਡ ਨੈਟਵਰਕ ਦੇ ਵਿੱਚ ਵਰਤੀ ਜਾਂਦੀ। ਪ੍ਰਸ਼ਨ ਇਹ ਪੁੱਛੇ ਜਾ ਸਕਦੇ ਆ ਕਿ ਜਿਹੜਾ ਆਪਾਂ ਲੈਂਡ ਨੈਟਵਰਕ ਚਲਾਉਂਦੇ ਹਾਂ, ਲੋਕਲ ਏਰੀਆ ਨੈਟਵਰਕ। ਠੀਕ ਹੈ, ਜਿਹੜਾ 100 ਤੋਂ 200 ਮੀਟਰ ਦੇ ਏਰੀਏ ਦੇ ਵਿੱਚ ਮਾਰ ਕਰਦਾ। ਠੀਕ ਹੈ ਜੀ, ਅਤੇ ਇਹਦੇ ਵਿੱਚ ਕਿਹੜੀ ਕੇਬਲ ਵਰਤੀ ਜਾਂਦੀ ਹੈ, ਇਹਦੇ ਵਿੱਚ ਟਵਿਸਟਡ ਕੇਬਲ ਵਰਤੀ ਜਾਂਦੀ ਹੈ। ਪ੍ਰਸ਼ਨ ਡਾਇਰੈਕਟ ਆ ਸਕਦਾ। ਦੂਸਰੀ ਗੱਲ, ਇਹ ਜਿਹੜੀ ਟਵਿਸਟਡ ਕੇਬਲ ਹੁੰਦੀ ਕਿੰਨੇ ਟਾਈਪ ਦੀ ਹੁੰਦੀ ਹੈ, 2 ਟਾਈਪ ਦੀ ਹੁੰਦੀ ਹੈ। ਜਿਹੜੀ ਹੁੰਦੀ ਇੱਕ UTP, ਇੱਕ STP। ਜਿਹੜੀ UTP ਹੁੰਦੀ ਇਹਦੀ ਫਰਮ ਹੈਗੀ ਅਨਸ਼ੀਲਡਡ ਟਵਿਸਟਡ ਪੇਅਰ। ਇਸ ਦੀ ਵਰਤੋਂ ਸਭ ਤੋਂ ਜ਼ਿਆਦਾ ਕੀਤੀ ਜਾਂਦੀ ਹੈ ਲੈਨ ਦੇ ਵਿੱਚ। ਠੀਕ ਹੈ, ਇਸ ਦੀ ਵਰਤੋਂ ਲੈਨ ਦੇ ਵਿੱਚ ਸਭ ਤੋਂ ਜ਼ਿਆਦਾ ਕੀਤੀ ਜਾਂਦੀ ਹੈ। ਦੂਜੇ ਨੰਬਰ 'ਤੇ ਆ ਗਿਆ STP, ਸ਼ੀਲਡਡ ਟਵਿਸਟਡ ਪੇਅਰ। ਠੀਕ ਹੈ, ਇਸ ਦੀ ਵਰਤੋਂ ਵੈਸੇ ਘੱਟ ਕੀਤੀ ਜਾਂਦੀ, ਸਭ ਤੋਂ ਜ਼ਿਆਦਾ ਵਰਤੋਂ ਲੈਨ ਦੇ ਵਿੱਚ ਇਹਦੀ ਕੀਤੀ ਜਾਂਦੀ UTP ਦੀ। ਇਹਨਾਂ ਦੋਨਾਂ ਦੀਆਂ ਫੁੱਲ ਫਾਰਮ ਯਾਦ ਕਰ ਲਓ, ਪਤਾ ਲੱਗ ਗਿਆ। ਕੋਕਸੀਅਲ ਕੇਬਲ ਤਾਂ ਜਿਵੇਂ ਕਿਤੇ ਕੂਬਲਾਂ ਲੱਗੀਆਂ ਹੁੰਦੀਆਂ ਉਹਦੇ ਵਿੱਚ ਵਰਤੀ ਜਾਂਦੀ, ਉਹ ਤਾਂ ਕੋਈ ਬਾਹਲੀ ਜ਼ਰੂਰੀ ਦੀ ਲੋੜ ਨਹੀਂ ਤੁਹਾਨੂੰ। ਠੀਕ ਹੈ, ਉਹ ਤਾਂ ਕਰਨ ਦੀ। ਟਵਿਸਟਡ ਪੇਅਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ। ਪੁੱਛ ਸਕਦੇ ਜਿਹੜਾ ਆਪਾਂ ਲੈਂਡ ਨੈਟਵਰਕ ਹੁੰਦਾ ਘਰੇ ਆਪਣੇ, ਇਹ ਕਿਹੜੀ ਵਾਇਰ ਚਲਾਉਂਦੀ ਹੈ, ਇਹ ਭਾਈ ਜਿਹੜੀ ਚਲਾਉਂਦੀ ਹੈ ਇਹ ਚਲਾਉਂਦੀ ਹੈ ਟਵਿਸਟਡ ਕੇਬਲ। ਇਹ ਕਿੰਨੇ ਤਰ੍ਹਾਂ ਦੇ, 2 ਤਰ੍ਹਾਂ ਦੀ, UTP ਅਤੇ STP। ਆਹ ਤੁਸੀਂ ਦੇਖ ਲਓ ਭਾਈ ਕਹੇ ਜਿਹੀ ਹੁੰਦੀ। ਆਹ ਹੁੰਦੀ ਹੈ ਜਿਹੜਾ ਨੈਟਵਰਕ ਚਲਾਉਂਦੀ ਹੈ ਆਪਣੇ ਘਰੇ, ਨੈੱਟ ਚਲਾਉਂਦੀ ਹੈ, ਲੈਂਡ ਨੈੱਟ ਜਿਹੜਾ ਆਪਾਂ ਚਲਾਉਂਦੇ ਆਪਾਂ ਘਰੇ, ਉਹ ਇਹ ਚਲਾਉਂਦੀ ਹੈ। ਠੀਕ ਹੈ, ਆਹ ਦੇਖੋ। ਓਕੇ, ਇਸ ਤਰ੍ਹਾਂ 'ਚ ਚੋਟੇ ਜਿਹੇ ਹੁੰਦੇ ਆ, ਹਰੇਕ ਦੇ ਨਾਲ ਇੱਕ ਵਾਈਟ ਤਾਰ ਹੁੰਦੀ ਹੈ ਵਿੱਚ ਇਹਦੇ।
ਇਸ ਤੋਂ ਬਾਅਦ ਨੰਬਰ ਤੀਜੇ 'ਤੇ ਆ ਗਿਆ ਭਾਈ, ਇਹਦੀ ਧਾਰਨੀ ਹੈ ਫਾਈਬਰ ਆਪਟੀਕਲ ਕੇਬਲ। ਇਹ ਕਿਹੜਾ ਚਲਾਉਂਦੀ ਹੈ, ਵੈਨ ਨੈਟਵਰਕ ਲਈ ਵਰਤੀ ਜਾਂਦੀ ਹੈ। ਵਾਈਡ ਏਰੀਆ ਨੈਟਵਰਕ, ਜਿਹੜਾ ਕਿ ਦੁਨੀਆ ਦਾ ਸਭ ਤੋਂ ਵੱਡਾ ਨੈਟਵਰਕ ਹੁੰਦਾ, ਉਹ ਕਿਹੜਾ ਵਾਈਡ ਏਰੀਆ ਨੈਟਵਰਕ, ਜਿਹਦੇ ਨਾਲ ਆਪਾਂ ਇੱਕ ਸਿਟੀ ਤੋਂ ਇੱਕ ਕੰਟਰੀ ਤੋਂ ਦੂਸਰੀ ਕੰਟਰੀ ਨਾਲ ਵੀ ਅਟੈਚ ਹੋ ਸਕਦੇ ਹਾਂ। ਠੀਕ ਹੈ, ਉਹਨੂੰ ਆਪਾਂ ਕਹਿੰਦੇ ਹਾਂ ਵਾਈਡ ਏਰੀਆ ਨੈਟਵਰਕ। ਆਪਣਾ ਸਭ ਤੋਂ ਵੱਡਾ ਨੈਟਵਰਕ ਹੈ ਜਿਹੜਾ, ਉਹ ਵਾਈਡ ਏਰੀਆ ਨੈਟਵਰਕ ਹੈ। ਠੀਕ ਹੈ ਜੀ, ਇਹ ਵੀ ਦੋ ਤਰ੍ਹਾਂ ਦੀ ਹੁੰਦੀ ਹੈ। ਇਹ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਨਾ ਹੁੰਦੀ ਹੈ ਸਿੰਗਲ ਫਾਈਬਰ ਆਪਟੀਕਲ ਫਾਈਬਰ। ਠੀਕ ਹੈ, ਸਿੰਗਲ ਫਾਈਬਰ ਆਪਟੀਕਲ ਕੇਬਲ। ਦੂਜੀ ਹੁੰਦੀ ਹੈ ਮਲਟੀਪਲ ਆਪਟੀਕਲ ਕੇਬਲ। ਠੀਕ ਹੈ, ਇਹ ਕੇਬਲ ਲੰਬੀ ਦੂਰੀ ਦੇ ਲਈ ਵਰਤੀ ਜਾਂਦੀ ਹੈ, ਜਿਵੇਂ ਕਨੈਕਸ਼ਨ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦੇ ਵਿੱਚ ਦੇਣਾ। ਠੀਕ ਹੈ ਜੀ, ਅਤੇ ਇਹ ਸ਼ਾਰਟ ਡਿਸਟੈਂਸ ਲਈ ਵਰਤੀ ਜਾਂਦੀ ਹੈ। ਠੀਕ ਹੈ, ਪ੍ਰਸ਼ਨ ਆ ਸਕਦਾ ਗਾ ਸਭ ਤੋਂ ਪਹਿਲਾਂ ਤਾਂ ਕਿ ਜਿਹੜੀ ਵੈਨ ਨੈਟਵਰਕ ਦੇ ਵਿੱਚ ਕੇਬਲ ਵਰਤੀ ਜਾਂਦੀ, ਕਿਹੜੀ ਵਰਤੀ ਜਾਂਦੀ, ਉਹ ਵਰਤੀ ਜਾਂਦੀ ਹੈ ਫਾਈਬਰ ਆਪਟੀਕਲ ਕੇਬਲ। ਜੇ ਤਾਂ ਹੁਣ ਆਪਾਂ ਇੱਕ ਸਿਟੀ ਤੋਂ ਲੈ ਕੇ ਦੂਸਰੀ ਸਿਟੀ ਦੇ ਵਿੱਚ ਜਾਣਾ ਗਾ, ਕਨੈਕਸ਼ਨ ਪਾਉਣਾ, ਜਿਵੇਂ ਕੇਬਲ ਹੈ ਕੇਬਲ। ਠੀਕ ਹੈ, ਸਾਡੇ ਇੱਥੇ ਰਾਮਪੁਰੇ ਤੋਂ ਲੈ ਕੇ ਭੁੱਚੋ ਤੱਕ ਕੇਬਲ ਲੈ ਕੇ ਜਾਣੀ ਹੈ। ਇੱਕ ਸ਼ਹਿਰ ਇੱਥੇ ਹੈ, ਇੱਕ ਸ਼ਹਿਰ ਇੱਥੇ ਹੈ, ਤਾਂ ਉਹ ਜਿਹੜੀ ਤਾਰ ਲੈ ਕੇ ਜਾਣਗੇ ਉਹ ਸਿੰਗਲ ਤਾਰ ਲੈ ਕੇ ਜਾਣਗੇ। ਪੂਰੀ ਮੋਟੀ ਤਾਰ ਹੁੰਦੀ ਹੈ, ਉਹ ਸਿੰਗਲ ਲੈ ਕੇ ਜਾਣਗੇ ਥੱਲੇ ਦੱਬ ਕੇ। ਤੁਸੀਂ ਦੇਖਿਆ ਹੋਊਗਾ, ਉਹ ਜਿਹੜੀ ਉਹ ਤਾਰ ਹੁੰਦੀ ਹੈ, ਉਹ ਕਿਹੜੀ ਹੁੰਦੀ ਹੈ, ਉਹ ਸਿੰਗਲ ਫਾਈਬਰ ਆਪਟੀਕਲ ਕੇਬਲ ਹੁੰਦੀ ਹੈ। ਜੇ ਉਹਨੇ ਸ਼ਾਰਟ ਡਿਸਟੈਂਸ ਦੇ ਵਿੱਚ ਪਾਉਣੀ ਹੈ, ਮਤਲਬ ਲੌਂਗ ਡਿਸਟੈਂਸ ਦੇ ਵਿੱਚ ਤਾਂ ਪਊਗੀ। ਕੀ ਵੀ ਪੁੱਛ ਲੈਂਦੇ ਕਿ ਜਦੋਂ ਆਪਾਂ ਵੈਨ ਏਰੀਆ ਨੈਟਵਰਕ ਕ੍ਰੀਏਟ ਕਰਨਾ ਹੈ, ਤਾਂ ਲੌਂਗ ਡਿਸਟੈਂਸ ਦੇ ਵਿੱਚ ਕਿਹੜੀ ਤਾਰ ਪਊਗੀ, ਸਿੰਗਲ ਵਾਲੀ ਪਊਗੀ ਲੌਂਗ ਦੇ ਵਿੱਚ। ਤਾਂ ਜੇ ਉਹਨਾਂ ਨੇ ਪਾਉਣੀ ਹੈ ਸ਼ਾਰਟ ਡਿਸਟੈਂਸ ਦੇ ਵਿੱਚ, ਉਹ 'ਚ ਪਾਉਣਗੇ ਮਲਟੀਪਲ ਆਪਟੀਕਲ। ਠੀਕ ਹੈ, ਨੋਟ ਦਾ ਕੋਕਸੀਅਲ ਕੇਬਲ ਜਿਹੜੀ ਆਪਾਂ ਪਹਿਲੇ ਨੰਬਰ 'ਤੇ ਪੜ੍ਹ ਕੇ ਗਏ ਹਾਂ, ਅਤੇ ਟਵਿਸਟਡ ਵੇਅਰ ਜਿਹੜੀ ਆਪਾਂ ਦੂਜੇ ਨੰਬਰ 'ਤੇ ਪੜ੍ਹ ਕੇ ਗਏ, ਦੋਵੇਂ ਕੋਪਰ ਵਾਇਰ ਹੁੰਦੀਆਂ ਹਨ, ਜੋ ਲਾਈਟ ਵੇਵ 'ਤੇ ਕੰਮ ਕਰਦੀਆਂ ਹਨ। ਬਸ ਇਹ ਯਾਦ ਕਰ ਲਓ, ਇਹ ਕਾਹਦੀਆਂ ਹੁੰਦੀਆਂ, ਕੋਪਰ ਵਾਇਰ ਹੁੰਦੀਆਂ ਦੋਨੇ। ਆਹ ਹੈਗੀ ਆ ਭਾਈ ਆਪਣੀ ਫਾਈਬਰ ਆਪਟੀਕਲ ਵਾਇਰ। ਠੀਕ ਹੈ, ਐਡੀ ਵੱਡੀ ਹੁੰਦੀ ਆ, ਇਹ ਵਿੱਚ ਦੀ ਇੱਕ ਪਾ ਕੇ ਭੇਜ ਦਿੰਦੇ ਆ। ਹੁਣ ਆਪਾਂ ਗੱਲ ਕਰਾਂਗੇ, ਇਹ ਤਾਂ ਹੋ ਗਿਆ ਵੀ ਤਿੰਨ। ਧਿਆਨ ਨਾਲ ਸੁਣ ਲਓ। ਹੁਣ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਿਆ ਸੀ ਮੈਂ ਕਨੈਕਸ਼ਨ ਬਾਰੇ, ਕਿ ਜਦੋਂ ਦੋ ਕੰਪਿਊਟਰ ਆਪਸ ਦੇ ਵਿੱਚ ਉਹਨਾਂ ਦੇ ਵਿੱਚ ਇੰਟਰਨੈਟ ਦੀ ਸੇਵਾ ਹੁੰਦੀ ਹੈ, ਤਾਂ ਉਹ ਇੱਕ ਨੈਟਵਰਕ ਬਣ ਜਾਂਦਾ ਉਹਨੇ ਦਾ। ਠੀਕ ਹੈ, ਪਹਿਲਾਂ ਫਾਸਟ ਵਿੱਚ ਆਪਾਂ ਕਰਾਂਗੇ ਸੀ ਪੈਰਲਰ ਸੀਰੀਅਲ ਅਤੇ ਪੈਰਲਰ ਬਾਰੇ ਪੜ੍ਹੇ ਸੀ, ਫਿਰ ਆਪਾਂ ਨੈਟਵਰਕਾਂ ਬਾਰੇ ਪੜ੍ਹਿਆ ਸੀ। ਅੱਜ ਆਪਾਂ ਸਭ ਤੋਂ ਪਹਿਲਾਂ ਗੱਲ ਕੀਤੀ ਹੈ ਕਨੈਕਸ਼ਨ ਕਿਵੇਂ ਦਿੱਤੇ ਜਾਂਦੇ। ਕਨੈਕਸ਼ਨ ਨੈਟਵਰਕ ਦੋ ਤਰ੍ਹਾਂ ਨਾਲ ਕਿਸੇ ਚੀਜ਼ ਨੂੰ ਪ੍ਰੋਵਾਈਡ ਕਰਵਾਏ ਜਾਂਦੇ ਹਨ। ਠੀਕ ਹੈ, ਇੱਕ ਤਾਂ ਹੈਗੀ ਆਪਣਾ ਵਾਇਰਡ, ਇੱਕ ਵਾਇਰਲੈਸ। ਠੀਕ ਹੈ, ਵਾਇਰਡ ਬਾਰੇ ਤਿੰਨ ਚੀਜ਼ਾਂ ਪੜ੍ਹੀਆਂ ਸੀ, ਇੱਕ ਕੋਕਸੀਅਲ ਕੇਬਲ, ਨੰਬਰ 2 'ਤੇ ਟਵਿਸਟਡ ਪੇਅਰ, ਨੰਬਰ 3 ਜਿਹੜੀ ਆਪਾਂ ਪੜ੍ਹੀ ਸੀ ਫਾਈਬਰ ਆਪਟੀਕਲ। ਜਿਹੜੀ ਆਹ ਇਹ ਤਾਂ ਕੇਬਲਾਂ ਦੇ ਵਿੱਚ ਵਰਤੀ ਜਾਂਦੀ ਪੁਰਾਣੇ ਟਾਈਮਾਂ ਦੇ ਵਿੱਚ, ਕੋਈ ਬੜੀ ਜ਼ਰੂਰੀ ਨਹੀਂ ਹੈਗੀ। ਜਿਹੜੀ ਆਹ ਆਪਣੀ ਦੂਜੇ ਨੰਬਰ ਵਾਲੀ ਟਵਿਸਟਡ ਪੇਅਰ, ਦੋ ਤਰ੍ਹਾਂ ਦੀ ਹੁੰਦੀ, UTP ਅਤੇ STP। ਇਹਨਾਂ ਦੀ ਫੁੱਲ ਫਾਰਮ ਯਾਦ ਕਰ ਲਿਓ, ਅਤੇ ਇਹ ਲੈਂਡ ਨੈਟਵਰਕ ਦੇ ਵਿੱਚ ਵਰਤੀ ਜਾਂਦੀ ਹੈ। ਜਿਹੜੀ ਤੀਸਰੇ ਨੰਬਰ ਵਾਲੀ ਆਪਾਂ ਹੁਣ ਕਰਕੇ ਗਏ ਹਾਂ ਫਾਈਬਰ ਆਪਟੀਕਲ, ਇਹ ਵੀ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਸਿੰਗਲ ਹੁੰਦੀ ਹੈ, ਇੱਕ ਮਲਟੀਪਲ ਹੁੰਦੀ ਹੈ। ਜਿਹਦਾ ਸਿੰਗਲ ਹੁੰਦੀ ਹੈ, ਇਹ ਤਾਂ ਵਰਤੀ ਜਾਂਦੀ ਹੈ ਲੌਂਗ ਡਿਸਟੈਂਸ ਵਾਸਤੇ, ਕਿ ਜਿਵੇਂ ਇੱਕ ਸਿਟੀ ਤੋਂ ਦੂਸਰੀ ਸਿਟੀ ਦੇ ਵਿੱਚ ਕਨੈਕਸ਼ਨ ਦੇਣਾ। ਜਿਹੜੀ ਮਲਟੀਪਲ ਹੈ ਜੀ, ਇੱਕ ਸਿਟੀ ਦੇ ਵਿੱਚ ਹੀ ਕਨੈਕਸ਼ਨ ਦੇਣਾ, ਦੋਨੇ ਮਲਟੀਪਲ ਯੂਜ ਹੁੰਦੀ ਹੈ। ਠੀਕ ਹੈ, ਉਹਦੀ ਤੁਹਾਨੂੰ ਫੋਟੋ ਦਿਖਾਤੀ। ਇਹ ਕਾਹਦੇ 'ਚ ਯੂਜ ਕੀਤੀ ਜਾਂਦੀ ਹੈ, ਫਾਈਬਰ ਆਪਟੀਕਲ ਇਹ ਕੀਤੀ ਜਾਂਦੀ ਹੈ ਆਪਣੇ ਵੈਨ ਏਰੀਆ ਨੈਟਵਰਕ ਦੇ ਵਿੱਚ, ਵਾਈਡ ਏਰੀਆ ਨੈਟਵਰਕ ਦੇ ਵਿੱਚ ਯੂਜ ਕੀਤੀ ਜਾਂਦੀ ਹੈ। ਠੀਕ ਹੈ, ਇਸ ਤੋਂ ਬਾਅਦ ਆਪਾਂ ਗੱਲ ਕरें ਵਾਈਫਾਈ ਦੀ। ਸਭ ਤੋਂ ਪਹਿਲਾਂ ਆਪਾਂ ਕਹਿੰਦੇ ਨੇ ਕਿ ਵੀ ਸਾਡੇ ਕੋਲ ਵਾਈਫਾਈ ਲੱਗਿਆ ਹੋਇਆ, ਕਹਿੰਦੇ ਸਾਡੇ ਮੋਬਾਈਲ 'ਚ ਵਾਈਫਾਈ ਔਨ ਕਰ ਲਾ। ਵਾਈਫਾਈ ਦੀ ਫੁੱਲ ਫਾਰਮ ਦੇਖ ਲਓ। ਸਭ ਤੋਂ ਪਹਿਲਾਂ ਵਾਇਰਲੈਸ ਫਾਈਡਲਿਟੀ ਕਹਿ ਦਿੰਦੇ ਆ। ਠੀਕ ਹੈ, ਇਹ ਨੈਟਵਰਕ ਚਲਾਉਣ ਲਈ ਆਪਣੇ ਕੋਲ BAP ਹੋਣਾ ਚਾਹੀਦਾ। ਠੀਕ ਹੈ, ਨੈਟਵਰਕ ਚਲਾਉਣ ਵਾਸਤੇ ਆਪਣੇ ਕੋਲ ਕੀ ਹੋਣਾ ਚਾਹੀਦਾ, BAP ਕੀ ਹੁੰਦਾ ਗਾ, ਵਾਇਰਲੈਸ ਐਕਸੈਸ ਪੁਆਇੰਟ ਹੋਣਾ ਚਾਹੀਦਾ ਆਪਣੇ ਕੋਲ। ਆਪਣੇ ਮੋਬਾਈਲ ਦੇ ਵਿੱਚ ਤੁਸੀਂ ਖੋਲੋਗੇ ਨਾ, ਫੋਲਡਰ ਖੋਲੋਗੇ ਜਦੋਂ ਆਪਾਂ ਸੈਟਿੰਗ ਦੇ ਵਿੱਚ ਜਾ ਕੇ ਵਾਈਫਾਈ ਵਾਲਾ, ਉੱਥੇ ਆਪਾਂ ਨੂੰ ਵੈਪ ਮਿਲਿਆ ਦਿਸੂਗਾ। ਵੈਪ ਦੇ ਨਾਲ ਹੀ ਚੈਨਲ ਚੱਲਦਾ। ਜੇ ਵੈਪ ਦੇ ਵਿੱਚ ਐਡਰੈਸ ਤੁਸੀਂ ਡਿਲੀਟ ਕਰ ਦੋਗੇ ਤਾਂ ਵਾਈਫਾਈ ਚੱਲਣਾ ਨਹੀਂ ਆਪਣੇ ਕੋਲ। ਠੀਕ ਹੈ, ਇੱਥੋਂ ਤੱਕ ਕਲੀਅਰ ਹੋ ਗਿਆ, ਕੰਪਲੀਟ ਆ ਤੁਸੀਂ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਨੈਟਵਰਕ ਟੋਪੋਲੋਜੀਆਂ ਬਾਰੇ। ਨੈਟਵਰਕ ਟੋਪੋਲੋਜੀ ਕੀ ਹੁੰਦੀ ਹੈ, ਇਹ ਪ੍ਰਸ਼ਨ ਦੇ ਵਿੱਚ ਫੁੱਲ ਚਾਂਸ ਹੈ, ਸਾਰੇ ਜਿੰਨੇ ਵੀ ਕਰਵਾਈ ਨਾ ਜਮਾਂ ਇੰਪੋਰਟੈਂਟ ਆ ਪੂਰਾ। ਸਟਰਕਚਰ ਆਫ ਲੇਆਊਟ, ਨੈਟਵਰਕ ਟੋਪੋਲੋਜੀ ਦੇ ਵਿੱਚ ਕੀ ਹੈਗਾ, ਆਪਾਂ ਸਟਰਕਚਰ ਦੱਸ ਸਕਦਾ। ਇਸ ਦਾ ਮਤਲਬ ਇਹ ਹੈ ਕਿ ਨੈਟਵਰਕ ਨੂੰ ਆਪਾਂ ਜ਼ਿਆਦਾ ਤੋਂ ਜ਼ਿਆਦਾ ਕੰਪਿਊਟਰ ਨਾਲ ਅਟੈਚ ਕਰਨਾ ਹੈ, ਤਾਂ ਉਹ ਸਟਰਕਚਰ ਕਿਵੇਂ ਬਣਾਉਣੀ ਹੈ, ਉਹ ਸਾਰੀਆਂ ਸਟਰਕਚਰ ਨੈਟਵਰਕ ਟੋਪੋਲੋਜੀ ਦੇ ਵਿੱਚ ਬਣੀਆਂ ਹੋਈਆਂ ਮਿਲਣਗੀਆਂ ਆਪਾਂ ਨੂੰ। ਠੀਕ ਹੈ, ਟੋਪੋਲੋਜੀਆਂ ਦੇ ਕਈ ਕਿਸਮਾਂ ਹਨ, ਮੇਨ ਇਹਦੀਆਂ 5 ਕਿਸਮਾਂ ਹੈਗੀਆਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਬੱਸ ਟੋਪੋਲੋਜੀ ਬਾਰੇ। ਠੀਕ ਹੈ, ਪ੍ਰਸ਼ਨ ਆ ਜਾਂਦਾ ਕਿ ਬੱਸ ਟੋਪੋਲੋਜੀਆਂ ਦੇ ਦੇਣਗੇ, ਤਾਂ ਜਦੋਂ ਉਹਦੇ ਕਹਿਣਗੇ ਇਹਨਾਂ 'ਚ ਕਿਹੜੀ ਟੋਪੋਲੋਜੀ ਨਹੀਂ ਹੈਗੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਬੱਸ ਟੋਪੋਲੋਜੀ ਬਾਰੇ। ਠੀਕ ਹੈ, ਦੇਖੋ ਬੱਸ ਟੋਪੋਲੋਜੀ ਦੇ ਵਿੱਚ ਕੀ ਹੁੰਦਾ, ਆਹ ਹੁੰਦੀ ਹੈ ਬੱਸ ਟੋਪੋਲੋਜੀ। ਇਹ ਟੋਪੋਲੋਜੀ CSMA ਕੈਰੀਅਰ ਸੈਂਸ ਮਲਟੀਪਲ ਐਕਸੈਸ ਅਤੇ CD 'ਤੇ ਕੰਮ ਕਰਦੀ ਹੈ। ਦੇਖੋ ਇਹ ਇੱਕ ਨਾ ਸਿੰਗਲ ਵਾਇਰ ਨਾਲ ਜੁੜੇ ਹੋਏ ਹੁੰਦੇ ਆ ਕੰਪਿਊਟਰ। ਆਹ ਇੱਕ ਸਿੰਗਲ ਵਾਇਰ ਹੋਊਗੀ ਇਸ ਤਰ੍ਹਾਂ ਇਹਦੇ ਬੱਸ ਟੋਪੋਲੋਜੀ ਦੇ ਵਿੱਚ। ਕਈ ਵਾਰੀ ਪ੍ਰਸ਼ਨ ਪੁੱਛ ਸਕਦਾ ਹੈ ਕਿ ਕਿਹੜੀ ਟੋਪੋਲੋਜੀ ਜਿਹਦੇ ਵਿੱਚ ਇੱਕ ਸਿੰਗਲ ਲਾਈਨ ਦੇ ਨਾਲ ਬਹੁਤ ਸਾਰੇ ਕੰਪਿਊਟਰ ਅਟੈਚ ਕੀਤੇ ਹੁੰਦੇ ਆ।
ਤਾਂ ਉਹ ਹੈਗੀ ਆਪਣੀ ਬੱਸ ਟੋਪੋਲੋਜੀ। ਜਿਵੇਂ ਬੱਸ ਦੇ ਵਿੱਚ ਨਹੀਂ ਬਹਿ ਜਾਂਦੇ ਸਾਰੇ, ਇੱਕ ਬੱਸ ਦੇ ਵਿੱਚ ਸਾਰੇ ਬਹਿ ਜਾਂਦੇ, ਉਵੇਂ ਜਿਵੇਂ ਇਹ ਇੱਕ ਬੱਸ ਹੈ, ਇੱਥੋਂ ਤੱਕ ਸਮਝ ਲਓ ਇਹਦੇ ਵਿੱਚ ਸਾਰੀਆਂ ਸਵਾਰੀਆਂ ਬੈਠੀਆਂ ਹੈਗੀਆਂ। ਠੀਕ ਹੈ, ਜਿਹੜੇ ਸਿਰੇ 'ਤੇ ਹੁੰਦੇ ਟਰਮੀਨੇਟਰ, ਕਿਉਂਕਿ ਕਨੈਕਸ਼ਨ ਇੱਥੋਂ ਲੈ ਕੇ ਇੱਥੋਂ ਤੱਕ ਹੀ ਜਾਂਦਾ ਹੈਗਾ। ਠੀਕ ਹੈ ਜੀ, ਸਭ ਤੋਂ ਪਹਿਲਾਂ ਜਿਹੜੇ ਇਹਦੇ ਵਿੱਚ ਕੀ ਕੰਮ ਕਰਦਾ, ਇਹ ਆਹ ਚੀਜ਼ ਦੇ ਵਿੱਚ ਹੁੰਦਾ CDA MA ਅਤੇ CDA, ਦੋ ਚੀਜ਼ਾਂ ਕੰਮ ਕਰਦੀਆਂ ਜੀ। ਇਹ ਦੋ ਚੀਜ਼ਾਂ ਦਾ ਕੰਮ ਕੀ ਹੈ, ਮੰਨ ਲਓ ਆਪਾਂ ਕਿਸੇ ਕੰਪਿਊਟਰ ਨੂੰ ਕੋਈ ਚੀਜ਼ ਭੇਜਣੀ ਹੈ, ਤਾਂ ਆਪਾਂ ਇੱਥੋਂ ਚੀਜ਼ ਭੇਜਤੀ ਕਿਸੇ ਕੰਪਿਊਟਰ, ਇਹਦੇ ਵਿੱਚ ਆਪਾਂ ਜੋ ਕੋਈ ਚੀਜ਼ ਭੇਜਾਂਗੇ ਤਾਂ ਆਪਾਂ ਇੱਥੋਂ ਕੇਬਲ ਦੇ ਵਿੱਚ ਐਂਟਰ ਹੋ ਜੂ ਉਹ ਚੀਜ਼। ਜਦੋਂ ਚੀਜ਼ ਕੇਬਲ ਦੇ ਵਿੱਚ ਐਂਟਰ ਹੋ ਕੇ ਤਾਂ ਇਹਦੇ ਵਿੱਚ ਜਾਊਗੀ ਉਹ ਚੀਜ਼ ਸਭ ਤੋਂ ਪਹਿਲਾਂ। ਅਤੇ ਇਹਦੇ ਵਿੱਚ ਕੀ ਲੱਗਿਆ ਹੋਊਗਾ, CDA MA ਅਤੇ CD ਲੱਗਿਆ ਹੋਊਗਾ। ਇਹਦਾ ਕੀ ਕੰਮ ਹੈ, ਕੈਰੀਅਰ ਸੈਂਸ ਮਲਟੀਪਲ ਐਕਸੈਸ, ਫੁੱਲ ਫਾਰਮਾਂ ਵੀ ਯਾਦ ਕਰ ਲਓ ਨਾਲ। ਇਹ ਕੀ ਕਰੂਗਾ, ਇਹ ਚੈੱਕ ਕਰੂਗਾ ਕਿ ਭਾਈ ਪਹਿਲਾਂ ਕੋਈ ਡਾਟਾ ਜਾ ਤਾਂ ਨਹੀਂ ਰਿਹਾ, ਕਿ ਪਹਿਲਾਂ ਕੋਈ ਡਾਟਾ ਕਿਸੇ ਕੰਪਿਊਟਰ ਨੂੰ ਜਾ ਤਾਂ ਨਹੀਂ ਰਿਹਾ। ਜੇ ਤਾਂ ਡਾਟਾ ਜਾ ਰਿਹਾ ਕਿਸੇ ਕੰਪਿਊਟਰ ਨੂੰ, ਫਿਰ ਤਾਂ ਉਹਨਾਂ ਚਿਰ ਵੇਟ ਕਰੂਗਾ। ਠੀਕ ਹੈ, ਜੇ ਡਾਟਾ ਨਹੀਂ ਹੈਗਾ ਫਿਰ ਇਹ ਡਾਇਰੈਕਟ ਸਾਰਿਆਂ ਨੂੰ ਭੇਜ ਦੂਗਾ। ਓਕੇ, ਤਾਂ ਇਹ ਕੀ ਹੋ ਗਿਆ ਇੱਕ ਤਰ੍ਹਾਂ ਦਾ ਨਾਲ, ਇਹ ਇੱਕ ਕੰਮ ਕਰੂਗਾ ਹਾਫ ਡੁਪਲੈਕਸ 'ਤੇ। ਹਾਫ ਡੁਪਲੈਕਸ ਕਰਵਾਇਆ ਹੋਇਆ ਨਾ, ਹਾਫ ਡੁਪਲੈਕਸ ਕਰਾਇਆ ਸੀ। ਸਿੰਪਲ ਡੁਪਲੈਕਸ ਦੇ ਵਿੱਚ ਇੱਕ ਡਾਇਰੈਕਸ਼ਨ 'ਚ ਹੀ ਡਾਟਾ ਜਾ ਸਕਦਾ ਗਾ, ਜਾਂ ਤਾਂ ਆਪਾਂ ਉਹਦੇ 'ਚੋਂ ਕੋਲੇ ਭੇਜ ਸਕਦੇ ਹਾਂ ਅਤੇ ਜਾਂ ਉਹਦੇ 'ਚੋਂ ਕੋਲੇ ਰਿਸੀਵ ਕਰ ਸਕਦੇ ਹਾਂ। ਇਹਦੇ ਵਿੱਚੋਂ ਆਪਾਂ ਕੀ ਕਰ ਸਕਦੇ ਹਾਂ, ਜਿੰਨਾ ਚਿਰ ਇੱਕ ਡਾਟਾ ਜਾਂਦਾ ਨਹੀਂ, ਠੀਕ ਹੈ, ਇੱਕ ਡਾਟਾ ਇੱਕ ਪ੍ਰੋਸੈਸ ਕੰਪਲੀਟ ਨਹੀਂ ਹੁੰਦਾ, ਉਹਨਾਂ 'ਚ ਦੂਜਾ ਪ੍ਰੋਸੈਸ ਨਹੀਂ ਚੱਲਦਾ। ਜੇ ਤੁਹਾਨੂੰ ਮੈਂ ਉਦਾਹਰਨ ਦਿੱਤੀ ਸੀ ਕਿ ਆਪਾਂ ਭੀੜੀ ਗਲੀ 'ਚ ਖੜਾ ਕਿਸੇ 'ਚ, ਠੀਕ ਹੈ, ਆਹ ਗਲੀ ਹੈ, ਇਹ ਸਿਰਫ ਇੱਕ ਬੰਦਾ ਲੰਘ ਸਕਦਾ। ਜੇ ਆਹ ਬੰਦਾ ਲੰਘੂਗਾ ਫਿਰ ਹੀ ਮੈਂ ਲੰਘੂਗਾ, ਜਾਂ ਮੈਂ ਲੰਘੂਗਾ ਫਿਰ ਹੀ ਇਹ ਬੰਦਾ ਲੰਘੂਗਾ। ਉਹੀ ਕੰਮ ਹੁੰਦਾ ਹਾਫ ਡੁਪਲੈਕਸ ਦਾ। ਜਿੰਨਾ ਚਿਰ ਇੱਕ ਪ੍ਰੋਸੈਸ ਕੰਪਲੀਟ ਨਹੀਂ ਹੁੰਦਾ ਉਨਾ ਟਾਈਮ ਦੂਸਰਾ ਪ੍ਰੋਸੈਸ ਨਹੀਂ ਚੱਲੂਗਾ। ਓਕੇ, ਬੱਸ ਟੋਪੋਲੋਜੀ ਧਿਆਨ ਨਾਲ ਸਮਝ ਲਓ। ਇਹ ਜਿਹੜੀ ਸਿੰਗਲ ਲਾਈਨ ਹੁੰਦੀ ਆ, ਆਹ ਕਰੰਟ ਵਾਲੀ ਤਾਰ ਹੁੰਦੀ ਹੈ, ਇਹਦੇ ਵਿੱਚ ਕੀ ਲੱਗਿਆ ਹੁੰਦਾ, CDA MA ਲੱਗਿਆ ਹੁੰਦਾ, CD ਲੱਗਿਆ ਹੁੰਦਾ। ਇਹ ਕੀ ਕਰਦਾ, ਜਦੋਂ ਆਪਾਂ ਕੋਈ ਵੀ ਕੰਪਿਊਟਰ ਦੇ ਵਿੱਚ ਡਾਟਾ ਸੈਂਡ ਕੀਤਾ ਤਾਂ ਇਹ ਡਿਟੈਕਟ ਕਰੂਗਾ ਸਾਰੇ ਸਿਸਟਮ ਨੂੰ ਕਿ ਭਾਈ ਕੋਈ ਕੰਪਿਊਟਰ ਦੇ ਵਿੱਚ ਪਹਿਲਾ ਪ੍ਰੋਸੈਸ ਚੱਲ ਤਾਂ ਨਹੀਂ ਰਿਹਾ। ਜੇ ਚੱਲ ਰਿਹਾ ਤਾਂ ਉਹਨਾਂ ਚਿਰ ਇਹਨੂੰ ਵੇਟਿੰਗ 'ਚ ਰੱਖ ਲੂਗਾ, ਜੇ ਚੱਲ ਰਿਹਾ, ਜੇ ਨਹੀਂ ਚੱਲ ਰਿਹਾ ਤਾਂ ਸਾਰੇ ਕੰਪਿਊਟਰ ਨੂੰ ਸੈਂਡ ਕਰ ਦੂਗਾ। ਦੇਖੋ, ਇਹ ਬਰੋਡਕਾਸਟ ਦਾ ਕੰਮ ਕਰ ਰਿਹਾ। ਬਰੋਡਕਾਸਟ ਇਸ ਨੂੰ ਕਹਿ ਦਿੰਦੇ ਆ, ਹਾਫ ਡੁਪਲੈਕਸ ਨੂੰ। ਇਹ ਬਰੋਡਕਾਸਟ ਦਾ ਕੰਮ ਕਰਦਾ ਹੈ। ਸਭ ਤੋਂ ਪਹਿਲਾਂ ਡਾਟਾ ਸਿਗਮੈਂਟ ਦੇ ਵਿੱਚ ਜਾਵੇਗਾ, ਜਿਵੇਂ ਤੁਹਾਨੂੰ ਦੱਸਿਆ, ਸਭ ਤੋਂ ਪਹਿਲਾਂ ਡਾਟਾ ਇੱਥੇ ਜਾਊਗਾ। ਜੇਕਰ ਪਹਿਲਾਂ ਕੋਈ ਡਾਟਾ ਜਾ ਰਿਹਾ ਹੈ, ਠੀਕ ਹੈ, ਤਾਂ ਦੂਸਰਾ ਡਾਟਾ ਭੇਜਣ ਲਈ ਇਸਦਾ ਇੰਤਜ਼ਾਰ ਕਰਨਾ ਪਵੇਗਾ। ਇਹ ਚੈੱਕ ਕਰਨ ਲਈ CDA MA ਅਤੇ CD ਹੁੰਦਾ ਹੈ, ਇਹ ਤੁਹਾਨੂੰ ਦੱਸੀ ਹੈ ਮੈਂ। ਉਹ ਇੱਥੇ ਲੱਗਿਆ ਵਾ ਹੁੰਦਾ ਗਾ। ਉਹ ਕਿੱਥੇ ਲੱਗਿਆ ਹੁੰਦਾ ਗਾ, ਇੱਥੇ ਲੱਗਿਆ ਹੁੰਦਾ CDA MA ਅਤੇ CD। ਠੀਕ ਹੈ, ਇਹ ਹਾਫ ਡੁਪਲੈਕਸ 'ਤੇ ਕੰਮ ਕਰਦਾ ਗਾ। ਇਹ ਤੁਹਾਨੂੰ ਦੱਸ ਕੇ ਗਈਆਂ ਸਾਰੀਆਂ ਚੀਜ਼ਾਂ। ਇਸ ਵਿੱਚ ਬਹੁਤ ਸਾਰੇ ਕੰਪਿਊਟਰ ਇੱਕ ਲਾਈਨ ਨਾਲ ਅਟੈਚ ਕੀਤੇ ਹੋਏ ਹਨ। ਆਹ ਇੱਕ ਲਾਈਨ ਹੈ, ਇਹਨਾਂ ਸਾਰੇ ਕੰਪਿਊਟਰ ਕੀ ਕਰੇ ਹੁੰਦੇ ਆ, ਅਟੈਚ ਕਰੇ ਹੁੰਦੇ ਆ। ਇਹ ਗੱਲ ਹੋਰ ਤੁਸੀਂ ਯਾਦ ਰੱਖਿਓ ਪੁੱਤਰੋ, ਜੇ ਆਹ ਕੇਬਲ ਖਰਾਬ ਹੋ ਗਈ, ਤਾਂ ਸਾਰਾ ਸਿਸਟਮ ਹੀ ਖਰਾਬ ਹੋ ਜਾਊ, ਆਪਣਾ ਸਾਰਾ ਸਿਸਟਮ ਬਹਿ ਜਾਊਗਾ। ਪ੍ਰਸ਼ਨ ਆ ਸਕਦਾ ਕਿ ਕਿਹੜਾ ਟੋਪੋਲੋਜੀ ਜਿਹਦੇ ਵਿੱਚ ਇੱਕ ਲਾਈਨ ਖਰਾਬ ਹੋਣ ਦੇ ਨਾਲ ਸਾਰਾ ਸਿਸਟਮ ਹੀ ਬਹਿ ਜਾਂਦਾ ਜਾਂ ਸਾਰਾ ਸਿਸਟਮ ਹੀ ਖਰਾਬ ਹੋ ਜਾਂਦਾ, ਤਾਂ ਉਹ ਬੱਸ ਟੋਪੋਲੋਜੀ ਹੈ। ਠੀਕ ਹੈ, ਅਤੇ ਜੇਕਰ ਕੰਪਿਊਟਰ ਖਰਾਬ ਹੋ ਜਾਵੇ ਇਹਦਾ ਕੋਈ ਫਰਕ ਨਹੀਂ ਪੈਂਦਾ। ਓਕੇ, ਇਹਦੇ ਵਿੱਚ ਕੀ ਕੰਮ ਹੁੰਦਾ, ਇਹਦੇ ਵਿੱਚ ਆਪਾਂ ਜਿਹੜਾ ਕੰਮ ਕਰਦੇ ਹਾਂ ਉਹ ਕਰਦੇ ਆਪਾਂ ਇਹਦੇ ਵਿੱਚ ਹਾਂ, ਇਹ ਆ ਗਏ ਭਾਈ। ਇਹਦੇ ਵਿੱਚ ਜਿਹੜੇ ਕੰਮ ਕਨੈਕਸ਼ਨ ਹੁੰਦੇ ਉਹ ਕਿਹੜੇ ਹੁੰਦੇ ਆਪਣੇ, ਕਈ ਵਾਰੀ ਇੱਕ ਹੁੰਦੇ ਆਪਣੇ ਯੂਨੀਕਾਸਟ, ਇਹ ਜਿਹੜਾ ਤੁਹਾਨੂੰ ਦੱਸਿਆ ਕਿ ਇਹ 'ਚ ਬਰੋਡਕਾਸਟ ਕੰਮ ਕਰਦਾ, ਅਤੇ ਸਿੰਪਲ ਡੁਪਲੈਕਸ 'ਤੇ ਕੰਮ ਹੁੰਦਾ ਗਾ। ਹਾਫ ਡੁਪਲੈਕਸ 'ਤੇ ਕੰਮ ਹੁੰਦਾ। ਇਹਦੇ ਵਿੱਚ ਕੰਪਿਊਟਰ ਦੇ ਵਿੱਚ ਤਾਂ ਕਈ ਕਨੈਕਸ਼ਨ ਹੁੰਦੇ ਆ, ਇੱਕ ਹੁੰਦਾ ਯੂਨੀਕਾਸਟ, ਇੱਕ ਹੁੰਦਾ ਮਲਟੀਕਾਸਟ, ਇੱਕ ਹੁੰਦਾ ਬਰੋਡਕਾਸਟ। ਅਤੇ ਇਹ ਕਾਹਦੇ ਕੰਮ ਕਰਦਾ ਗਾ, ਇਹ ਕੰਮ ਕਰਦਾ ਬਰੋਡਕਾਸਟ 'ਤੇ। ਠੀਕ ਹੈ, ਬੱਸ ਟੋਪੋਲੋਜੀ ਕਾਹਤੇ ਕੰਮ ਕਰਦੀ ਹੈ, ਬਰੋਡਕਾਸਟ ਨੂੰ ਹਾਫ ਸਿੰਪਲੈਕਸ ਵੀ ਕਹਿ ਦਿੰਦੇ, ਹਾਫ ਡੁਪਲੈਕਸ ਵੀ ਕਹਿ ਦਿੰਦੇ ਆ। ਬਰੋਡਕਾਸਟ ਦੇ ਵਿੱਚ ਕੀ, ਸਭ ਤੋਂ ਪਹਿਲਾਂ ਯੂਨੀਕਾਸਟ ਦੇ ਵਿੱਚ ਦੇਖੋ ਕੀ ਹੁੰਦਾ। ਯੂਨੀਕਾਸਟ ਦੇ ਵਿੱਚ ਇਹ ਚੀਜ਼ ਹੈ ਕਿ ਚੀਜ਼ ਇੱਕ ਤੋਂ ਹੀ ਸੈਂਡ ਹੋਊਗੀ। ਠੀਕ ਹੈ, ਮੰਨ ਲਓ ਤੁਸੀਂ ਪੂਰੇ 10 ਜਾਣੇ ਬੈਠੇ ਹੋ, ਇੱਧਰ ਮੈਂ ਬੈਠਾ, ਮੈਂ ਤੁਹਾਨੂੰ ਨੋਟਸ ਭੇਜਣਾ ਹੈਗਾ, ਤਾਂ ਨੋਟਸ ਮੈਂ ਇੱਕ ਬੰਦੇ ਨੂੰ ਦੇਊਂਗਾ ਕਿਸੇ ਨੂੰ। ਠੀਕ ਹੈ, ਯੂਨੀਕਾਸਟ ਦੇ ਵਿੱਚ ਕੀ ਹੁੰਦਾ ਗਾ ਕਿ ਆਪਾਂ ਆਪਦੀ ਇੱਕ ਚੀਜ਼ ਇੱਕ ਨੂੰ ਹੀ ਸੈਂਡ ਕਰ ਸਕਦੇ ਹਾਂ। ਠੀਕ ਹੈ, ਬਾਹਲਿਆਂ ਨੂੰ ਨਹੀਂ ਦੇ ਸਕਦੇ। ਮੇਰੇ ਕੋਲ ਸਮਝ ਲਓ ਕਿ ਇੱਕ ਹੀ ਨੋਟਸ ਹੈ, ਉਹ ਮੈਂ 10 ਦੇ ਵਿੱਚੋਂ ਦੇਣਾ, ਮੇਰੀ ਮਰਜ਼ੀ ਨਾਲ ਕਿਸੇ ਨੂੰ ਵੀ ਦੇ ਸਕਦਾ, ਤਾਂ ਉਹ ਹੋ ਜਾਂਦਾ ਯੂਨੀਕਾਸਟ। ਮਲਟੀਕਾਸਟ ਕੀ ਹੁੰਦਾ, ਮਲਟੀਕਾਸਟ ਹੁੰਦਾ 1 to many, ਕਿ ਇੱਕ ਤੋਂ ਆਪਾਂ ਬਹੁਤ ਜਾਣੇ ਨੂੰ ਦੇ ਸਕਦੇ ਹਾਂ। ਠੀਕ ਹੈ, ਇਹ ਤੋਂ ਬਾਅਦ ਆ ਗਿਆ ਬਰੋਡਕਾਸਟ ਕੀ ਹੁੰਦਾ ਕਿ 1 to all, ਇੱਕ ਤੋਂ ਆਪਾਂ ਸਾਰਿਆਂ ਨੂੰ ਦੇ ਸਕਦੇ ਹਾਂ। ਹੁਣ ਬੱਚੇ ਨੂੰ ਅੱਧੇ ਨੂੰ ਇਹ ਕਨਫਿਊਜ਼ਨ ਹੋਊਗਾ ਕਿ ਮਲਟੀਕਾਸਟ ਅਤੇ ਯੂਨੀਕਾਸਟ ਦੇ ਵਿੱਚ ਕੀ ਫਰਕ ਹੈ। ਸਭ ਤੋਂ ਪਹਿਲਾਂ ਇਹ ਸਮਝੋ ਕਿ ਕੀ ਫਰਕ ਹੋ ਸਕਦਾ। ਦੇਖੋ, ਮੰਨ ਲਓ ਇੱਕ ਕਲਾਸ ਦੇ ਵਿੱਚ 500 ਬੱਚਾ ਹੈਗਾ। ਠੀਕ ਹੈ, 500 ਬੱਚਾ, ਉਹਨਾਂ ਦੇ ਵਿੱਚੋਂ ਮੈਂ ਜਿਹੜੇ ਨੋਟਸ ਦੇਣੇ ਆ 100 ਨੂੰ ਦੇਣੇ ਆ, ਤਾਂ ਠੀਕ ਹੈ, ਉਹ ਚੀਜ਼ ਆ ਜੂਗੀ ਮਲਟੀਕਾਸਟ ਦੇ ਵਿੱਚ ਕਿ 1 to many ਦੇਣੇ ਆ, 1 to many ਦੇਣੇ ਆ।
ठीक है। जे मैं देने 500 स्टूडेंट है, 500 तो 500 ਨੂੰ ਦੇਣਾ, ਫਿਰ ਮੈਂ ਕਰੂੰਗਾ 1 to all, ਫਿਰ ਮੈਂ ਬਰੋਡਕਾਸਟ ਕਰੂੰਗਾ। ਠੀਕ ਹੈ, ਇਹੀ ਕੰਮ ਇਹਦੇ ਵਿੱਚ ਹੈ। ਬਸ ਟੋਪੋਲੋਜੀ ਦੇ ਵਿੱਚ ਜੇਕਰ ਇੱਕ ਨੂੰ ਚੀਜ਼ ਭੇਜੀ ਜਾ ਸਕਦੀ ਤਾਂ ਸਾਰੇ ਨੂੰ ਜਾਊਗੀ, ਇੱਕ ਤੋਂ ਸਾਰੇ ਨੂੰ ਚੀਜ਼ ਜਾਊਗੀ। ਯੂਨੀਕਾਸਟ ਦੇ ਵਿੱਚ ਇੱਕ ਤੋਂ ਚੀਜ਼ ਇੱਕ ਨੂੰ ਜਾਊਗੀ, ਅਤੇ ਇਹਦੀ ਮਲਟੀਕਾਸਟ ਦੇ ਵਿੱਚ ਇੱਕ ਤੋਂ ਜਾ ਕੇ ਮੈਨੀ ਤੱਕ ਜਾਊਗੀ। ਠੀਕ ਹੈ, ਸਾਰਿਆਂ ਨੂੰ ਜਾਊਗੀ, ਥੋੜ੍ਹਿਆਂ ਨੂੰ ਜਾਊਗੀ। ਇੱਕ ਟੋਪੋਲੋਜੀ ਕੰਪਲੀਟ ਹੋ ਗਈ ਆਪਣੀ ਬਸ ਟੋਪੋਲੋਜੀ। ਇਸ ਤੋਂ ਬਾਅਦ ਗੱਲ ਕਰਾਂਗੇ ਦੂਸਰੀ ਟੋਪੋਲੋਜੀ ਹੈਗੀ ਆਪਣੀ ਸਟਾਰ ਟੋਪੋਲੋਜੀ। ਸਟਾਰ ਟੋਪੋਲੋਜੀ ਕੀ ਹੈ? ਇਹ ਟੋਪੋਲੋਜੀ ਆਕਾਰ ਦੇ ਵਿੱਚ ਇੱਕ ਤਾਰੇ ਵਾਂਗੂ ਹੁੰਦੀ ਹੈ, ਇਸ ਨੂੰ ਸਟਾਰ ਟੋਪੋਲੋਜੀ ਕਿਹਾ ਜਾਂਦਾ ਹੈਗਾ। ਆਹ ਹੁੰਦੀ ਹੈ ਵੀ ਸਟਾਰ ਟੋਪੋਲੋਜੀ। ਦੇਖੋ ਸਟਾਰ ਵਰਗੀ ਸ਼ਕਲ ਹੈ ਨਾ ਇਹਦੀ। ਸਭ ਤੋਂ ਪਹਿਲਾਂ ਬੱਚੋ ਜੋ ਸਟਾਰ ਟੋਪੋਲੋਜੀ ਚੱਲੀ ਸੀ ਉਦੋਂ ਇਹਦੇ ਵਿੱਚ ਹੱਬ ਯੂਜ ਕੀਤੀ ਜਾਂਦੀ ਸੀ। ਠੀਕ ਹੈ, ਉਦੋਂ ਇਹਦੇ ਵਿੱਚ ਹੱਬ ਯੂਜ ਕੀਤੀ ਜਾਂਦੀ ਸੀ, ਪਰ ਅੱਜ ਦੇ ਟਾਈਮ ਦੇ ਵਿੱਚ ਹੱਬ ਯੂਜ ਨਹੀਂ ਕੀਤੀ ਜਾ ਸਕਦੀ। ਪ੍ਰਸ਼ਨ ਪੁੱਛ ਸਕਦੇ ਆ ਕਿ ਸਟਾਰ ਟੋਪੋਲੋਜੀ ਦੇ ਵਿੱਚ ਸਭ ਤੋਂ ਪਹਿਲਾਂ ਕੀ ਯੂਜ ਕੀਤਾ ਜਾਂਦਾ ਸੀ? ਥੱਲੇ ਲਿਖਿਆ ਹੋਊਗਾ ਹੱਬ, ਸਵਿੱਚ ਜਾਂ ਕੋਈ ਹੋਰ ਚੀਜ਼ ਦੇ ਦੇਣਗੇ। ਤਾਂ ਹੱਬ ਪਹਿਲਾਂ ਸਟਾਰ ਟੋਪੋਲੋਜੀ ਵਿੱਚ ਯੂਜ ਕੀਤੀ ਜਾਂਦੀ ਸੀ, ਪਰ ਅੱਜ ਦੇ ਟਾਈਮ ਦੇ ਵਿੱਚ ਹੱਬ ਨਹੀਂ ਯੂਜ ਕੀਤੀ ਜਾਂਦੀ। ਇੱਥੇ ਕੀ ਲਾਤੀ ਇਹਨਾਂ ਨੇ? ਸਵਿੱਚ ਲਾਤੀ। ਹੁਣ ਆਪਾਂ ਮਤਲਬ ਸਮਝਦੇ ਕਿ ਹੱਬ ਅਤੇ ਸਵਿੱਚ ਦੇ ਵਿੱਚ ਫਰਕ ਕੀ ਹੁੰਦਾ ਸੀ। ਜਿਹੜਾ ਬੱਚੋ ਹੱਬ ਸੀ ਇਹਦੇ ਵਿੱਚ ਕੀ ਹੁੰਦਾ ਸੀ? ਇਹਦੇ ਵਿੱਚ ਜੇਕਰ ਆਪਾਂ ਆਹ ਕੰਪਿਊਟਰ ਨੂੰ ਚੀਜ਼ ਭੇਜਣੀ ਹੈ ਇਕੱਲੇ ਨੂੰ, ਠੀਕ ਹੈ, ਤਾਂ ਇਹਨੂੰ ਇਕੱਲੇ ਨੂੰ ਨਹੀਂ ਜਾਂਦੀ ਸੀ, ਸਾਰਿਆਂ ਨੂੰ ਹੀ ਵਗ ਜਾਂਦੀ ਸੀ। ਠੀਕ ਹੈ, ਜੇ ਆਪਾਂ ਆਹ ਕੰਪਿਊਟਰ ਨੂੰ ਕੋਈ ਚੀਜ਼ ਇਕੱਲੇ ਨੂੰ ਭੇਜਣੀ, ਇਕੱਲੇ ਨੂੰ ਜਾਂਦੀ ਸੀ, ਸਾਰਿਆਂ ਕੋਲ ਹੀ ਪਹੁੰਚ ਜਾਂਦੀ ਸੀ ਇਹ ਚੀਜ਼। ਠੀਕ ਹੈ, ਇੱਕ ਇਹ ਪ੍ਰੋਬਲਮ ਆਉਂਦੀ ਸੀ ਹੱਬ ਦੇ ਵਿੱਚ। ਦੂਸਰੀ ਆਪਾਂ ਦੇਖ ਲਓ, ਪਰ ਸਭ ਤੋਂ ਪਹਿਲਾਂ ਸਟਾਰ ਟੋਪੋਲੋਜੀ ਦੇ ਵਿੱਚ ਹੱਬ ਦੀ ਵਰਤੋਂ ਕੀਤੀ ਜਾਂਦੀ, ਪਰ ਅੱਜ ਦੇ ਸਮੇਂ ਵਿੱਚ ਇਸ ਵਿੱਚ ਹੱਬ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਹੱਬ ਦੀ ਵਰਤੋਂ ਤਾਂ ਨਹੀਂ ਕੀਤੀ ਜਾਂਦੀ ਕਿਉਂਕਿ ਜੇਕਰ ਸਿਗਨਲ ਇੱਕ ਨੂੰ ਭੇਜਿਆ ਜਾਂਦਾ ਸੀ ਉਹ ਸਾਰਿਆਂ ਕੋਲ ਜਾਂਦਾ ਸੀ। ਠੀਕ ਹੈ, ਅਤੇ ਇਸ ਦੀ ਸਪੀਡ ਵੀ ਘੱਟ ਹੁੰਦੀ ਸੀ, ਅਤੇ ਇਹ ਹਾਫ ਡੁਪਲੈਕਸ 'ਤੇ ਕੰਮ ਕਰਦਾ ਸੀ, ਅਤੇ ਫਿਜ਼ੀਕਲ ਲੇਅਰ 'ਤੇ ਕੰਮ ਕਰਦਾ ਸੀ। ਜਿਵੇਂ ਹੀ ਸਿਗਨਲ ਮਿਲਦਾ ਸੀ ਫਿਰ ਉਸ ਨੂੰ ਅੱਗੇ ਭੇਜਦਾ ਸੀ। ਠੀਕ ਹੈ, ਦੇਖੋ ਕੀ ਸੀ? ਮੰਨ ਲਾ ਮੇਰੇ ਕੋਲ ਕੋਈ ਫਾਈਲ ਹੈ, ਮੈਂ ਸਿਰਫ ਆਹ ਬੰਦੇ ਨੂੰ ਭੇਜਣੀ ਹੈ, ਤਾਂ ਕੀ ਹੁੰਦੀ ਸੀ? ਉਹ ਸਾਰਿਆਂ ਕੋਲੇ ਵਗ ਜਾਂਦੀ ਸੀ। ਦੂਸਰੀ ਗੱਲ ਕੀ ਹੁੰਦੀ ਸੀ? ਇਹ ਹਾਫ ਡੁਪਲੈਕਸ 'ਤੇ ਕੰਮ ਕਰਦੀ। ਹਾਫ ਡੁਪਲੈਕਸ ਦਾ ਕੰਮ ਇਹ ਸੀ ਕਿ ਜਿੰਨਾ ਚਿਰ ਇੱਕ ਪਹਿਲਾਂ ਵਾਲਾ ਪ੍ਰੋਸੈਸ ਕੰਪਲੀਟ ਨਹੀਂ ਹੁੰਦਾ ਉਹਨਾਂ ਟਾਈਮ ਆਪਾਂ ਦੂਸਰਾ ਪ੍ਰੋਸੈਸ ਕੰਪਲੀਟ ਨਹੀਂ ਕਰ ਸਕਦੇ ਸੀ। ਅਤੇ ਮੰਨ ਲਓ ਜਿਵੇਂ ਮੈਂ ਪਹਿਲਾਂ ਇਹਨਾਂ ਨੂੰ ਇੱਕ ਫਾਈਲ ਭੇਜਤੀ, ਉਹ ਫਾਈਲ ਇਹਨਾਂ ਕੋਲ ਪਹੁੰਚ ਗਈ, ਉਹ ਫਾਈਲ ਹਜੇ ਇਹਨਾਂ ਕੋਲ ਜਾ ਰਹੀ ਹੈ, ਅਪਲੋਡ ਹੋ ਰਹੀ ਹੈ, ਅਤੇ ਮੇਰੇ ਕੋਲ ਟਾਈਮ ਘੱਟ, ਮੈਂ ਦੂਸਰੀ ਫਾਈਲ ਅਪਲੋਡ ਕਰਨੀ ਦਾ ਪਤਾ ਉਹਨਾਂ ਨੂੰ। ਜਿਵੇਂ ਅੱਜ ਦੇ ਟਾਈਮ ਦੇ ਵਿੱਚ ਆਪਾਂ ਕਿਸੇ ਨੂੰ ਫੋਟੋਆਂ ਸੈਂਡ ਕਰਦੇ ਹਾਂ ਵਟਸਐਪ 'ਤੇ। ਠੀਕ ਹੈ, ਆਪਣਾ ਮੋਬਾਈਲ ਕੀ ਇੱਕ ਤਰ੍ਹਾਂ ਦਾ ਫੁੱਲ ਡੁਪਲੈਕਸ 'ਤੇ ਕੰਮ ਕਰਦਾ। ਨਾਲ ਤਾਂ ਆਪਾਂ ਉਹਨੂੰ ਗੀਤ ਭੇਜੀ ਜਾਂਦੇ, ਵਿੱਚ ਹੀ ਵੀਡੀਓ ਭੇਜੀ ਜਾਂਦੇ, ਵਿੱਚ ਆਪਾਂ ਚੈਟ ਕਰੀ ਜਾਂਦੇ, ਵਿੱਚ ਹੀ ਆਪਣੇ ਗੀਤ ਚੱਲੀ ਜਾਂਦੇ ਹੁੰਦੇ, ਵਿੱਚ ਹੀ ਵਾਈਫਾਈ ਚੱਲੀ ਬੈਠੇ ਹੁੰਦੇ ਆ। ਠੀਕ ਹੈ, ਤਾਂ ਉਹ ਕੰਮ ਹੁੰਦਾ। ਪਰ ਜਿਹੜੇ ਸਟਾਰ ਟੋਪੋਲੋਜੀ ਦੇ ਵਿੱਚ ਸੀ ਜਿਹੜਾ ਹੱਬ ਸੀ ਇਹ ਹਾਫ ਡੁਪਲੈਕਸ 'ਤੇ ਕੰਮ ਕਰਦਾ ਸੀ। ਹਾਫ ਡੁਪਲੈਕਸ 'ਤੇ ਕੰਮ ਕਰਨ ਕਰਕੇ ਜੇਕਰ ਕਿਸੇ ਇੱਕ ਚੀਜ਼ ਨੂੰ ਇਹਨੇ ਸੈਂਡ ਕਰਤਾ, ਠੀਕ ਹੈ, ਤਾਂ ਜਿਹਨਾਂ ਨੇ ਦੁਬਾਰਾ ਕੋਈ ਚੀਜ਼ ਸੈਂਡ ਕਰਨੀ ਤਾਂ ਪਹਿਲਾਂ ਵੇਟ ਕਰਨਾ ਪੈਂਦਾ ਸੀ ਕਿ ਪਹਿਲੀ ਚੀਜ਼ ਜਾਊਗੀ ਫਿਰ ਦੂਸਰੀ ਚੀਜ਼ ਸੈਂਡ ਹੋਊਗੀ। ਹਾਫ ਡੁਪਲੈਕਸ ਦਾ ਕੰਮ ਇਹ ਹੁੰਦਾ, ਜਿੰਨਾ ਚਿਰ ਪਹਿਲਾ ਪ੍ਰੋਸੈਸ ਕੰਪਲੀਟ ਨਹੀਂ ਹੁੰਦਾ ਉਨਾ ਟਾਈਮ ਦੂਸਰਾ ਪ੍ਰੋਸੈਸ ਅੱਗੇ ਨਹੀਂ ਜਾਊਗਾ। ਠੀਕ ਹੈ, ਇਹ ਹੁੰਦਾ ਸੀ ਕਾਹਦੇ 'ਚ ਕੰਮ? ਹੱਬ ਦੇ ਵਿੱਚ। ਓਕੇ, ਅਤੇ ਦੂਸਰੀ ਕੀ ਗੱਲ ਹੁੰਦੀ ਸੀ? ਇਹਦੀ ਸਪੀਡ ਘੱਟ ਹੁੰਦੀ ਸੀ। ਇਹ ਕਿ ਫਿਜ਼ੀਕਲ ਲੇਅਰ 'ਤੇ ਕੰਮ ਕਰਦਾ ਸੀ, ਮਤਲਬ ਜਿਹਦਾ ਕਨੈਕਸ਼ਨ ਆਪਾਂ ਭੇਜਤਾ ਫਿਰ ਹੀ ਜਾਂਦਾ ਸੀ, ਐਟੋਮੈਟਿਕ ਨਹੀਂ ਜਾਂਦਾ ਸੀ। ਠੀਕ ਹੈ, ਇਸ ਤੋਂ ਬਾਅਦ ਸਵਿੱਚ ਸਟਾਰ ਟੋਪੋਲੋਜੀ। ਇਹ ਹੈ ਤਾਂ ਸਟਾਰ ਟੋਪੋਲੋਜੀ ਦੀ ਭਾਗ ਹੈ, ਇਹ ਦੋ ਅਲੱਗ ਅਲੱਗ ਨਹੀਂ ਹੈਗਾ। ਸਟਾਰ ਟੋਪੋਲੋਜੀ ਦੋ ਭਾਗ ਸੀ, ਇੱਕ ਹੱਬ ਇੱਕ ਸਵਿੱਚ। ਸਵਿੱਚ ਪਹਿਲਾਂ ਯੂਜ ਕੀਤੀ ਜਾਂਦੀ ਸੀ, ਅੱਜ ਦੇ ਟਾਈਮ ਦੇ ਵਿੱਚ ਕੀ ਯੂਜ ਕੀਤੀ ਜਾਂਦੀ ਹੈ? ਹੱਬ ਪਲੱਸ ਸਵਿੱਚ ਮਿਲ ਕੇ ਕੀ ਬਣਾਉਂਦੇ ਆ? ਸਟਾਰ ਟੋਪੋਲੋਜੀ। ਹੱਬ ਅਤੇ ਸਵਿੱਚ ਮਿਲ ਕੇ ਕੀ ਬਣਾਉਂਦੇ ਆ? ਸਟਾਰ ਟੋਪੋਲੋਜੀ। ਅੱਜ ਦੇ ਟਾਈਮ ਦੇ ਵਿੱਚ ਕੀ ਯੂਜ ਕੀਤੀ ਹੈ? ਸਵਿੱਚ ਯੂਜ ਕੀਤੀ ਹੈ। ਸਵਿੱਚ ਕਿਉਂ ਯੂਜ ਕੀਤੀ ਜਾਂਦੀ ਹੈ? ਦੇਖੋ ਪ੍ਰੋਸੈਸ ਸਾਰਾ ਉਹੀ ਹੈ, ਹੁਣ ਇੱਥੇ ਸਵਿੱਚ ਲਾਤੀ। ਇਹ ਕੀ ਕਰਦੀ ਹੈ? ਇਹ ਕਰਦੀ ਹੈ ਯੂਨੀਕਾਸਟ। ਯੂਨੀਕਾਸਟ ਦਾ ਮਤਲਬ ਸਮਝ ਗਏ ਤੁਸੀਂ? ਆਹ ਤੁਹਾਨੂੰ ਕਰਵਾ ਕੇ ਗਏ ਮੇਰੇ ਯੂਨੀਕਾਸਟ। ਆਹ ਚੀਜ਼ਾਂ ਦਾ ਰਕਮ ਦਿਮਾਗ 'ਚ ਬਿਠਾ ਲਓ, 1 to 1 to 1। ਠੀਕ ਹੈ, ਯੂਨੀਕਾਸਟ ਦਾ ਮਤਲਬ ਕਿ 1 to 1। 1 to 1 ਦਾ ਮਤਲਬ ਕੀ ਹੈਗਾ ਕਿ ਮਤਲਬ ਮੇਰੇ ਕੋਲ 4-5 ਕਿਲੋਮੀਟਰ, ਜੇ ਮੈਂ ਇਹਨੂੰ ਚੀਜ਼ ਸੈਂਡ ਕਰਨੀ ਤਾਂ ਇਹਨੂੰ ਹੀ ਜਾਊਗੀ, ਜੇ ਮੈਂ ਇਹਨੂੰ ਸੈਂਡ ਕਰਨੀ ਹੈ ਇਹਨੂੰ ਹੀ ਜਾਊਗੀ, ਜੇ ਇਹਨੂੰ ਕਰਨੀ ਹੈ ਇਹਨੂੰ ਜਾਊਗੀ। ਠੀਕ ਹੈ, ਉਹਦੇ ਵਿੱਚ ਹੱਬ 'ਚ ਕੀ ਹੁੰਦਾ ਸੀ? ਜੇਕਰ ਆਪਾਂ ਇਹਨੂੰ ਚੀਜ਼ ਭੇਜਣੀ ਹੈ ਤਾਂ ਸਾਰਿਆਂ ਕੋਲ ਹੀ ਵਗ ਜਾਂਦੀ ਸੀ ਉਹ, ਤਾਂ ਕੋਈ ਪ੍ਰਾਈਵੇਸੀ ਨਾਂ ਦੀ ਕੋਈ ਚੀਜ਼ ਨਹੀਂ ਸੀ ਉਦੋਂ। ਠੀਕ ਹੈ, ਤਾਂ ਪ੍ਰਾਈਵੇਸੀ ਨਾਂ ਦੀ ਕੋਈ ਚੀਜ਼ ਹੈ ਨਹੀਂ ਸੀ। ਇਹ ਯੂਨੀਕਾਸਟ ਦਾ ਕੰਮ ਕਰਦੀ ਹੈ, ਫੁੱਲ ਡੁਪਲੈਕਸ 'ਤੇ ਕੰਮ ਕਰਦੀ ਹੈ। ਠੀਕ ਹੈ, ਯਾਦ ਰੱਖਿਓ ਕਿ ਸਵਿੱਚ ਕਾਹਤੇ ਕੰਮ ਕਰਦੀ ਹੈ? ਫੁੱਲ ਡੁਪਲੈਕਸ 'ਤੇ। ਇਹ ਇੰਟੈਲੀਜੈਂਟ ਹੈ। ਠੀਕ ਹੈ, ਜਿਵੇਂ ਪਹਿਲਾਂ ਵਾਲੀ ਸੀ ਉਹ ਤਾਂ ਉਹ ਫਿਜ਼ੀਕਲ ਲੇਅਰ 'ਤੇ ਕੰਮ ਕਰਦੀ। ਫਿਜ਼ੀਕਲ ਲੇਅਰ ਦਾ ਮਤਲਬ ਕੀ ਹੈਗਾ ਕਿ ਮਤਲਬ ਜੇ ਕੋਈ ਆਪਾਂ ਨੂੰ ਸਿਗਨਲ ਭੇਜਦੇ ਸੀ ਫਿਰ ਹੀ ਉਹ ਅੱਗੇ ਭੇਜਦਾ ਸੀ। ਪਰ ਜਿਹੜਾ ਇਹ ਹੈਗਾ ਇਹ ਆਪਣਾ ਆ ਗਿਆ ਸਟਾਰ ਟੋਪੋਲੋਜੀ ਦੇ ਵਿੱਚ, ਜਦੋਂ ਆਪਾਂ ਸਵਿੱਚ ਲਾਤੀ ਤਾਂ ਇਹ ਕਾਹਤੇ ਕੰਮ ਕਰੂਗੀ? ਮੈਕ ਐਡਰੈਸ 'ਤੇ। ਮੈਕ ਐਡਰੈਸ ਕੀ ਹੁੰਦਾ? ਮੀਡੀਆ ਐਕਸੈਸ ਕੰਟਰੋਲ 'ਤੇ ਕੰਮ ਕਰਦਾ ਹੈ। ਇਹ ਡਾਟਾ ਲਿੰਕ ਲੇਅਰ 'ਤੇ ਕੰਮ, ਉਹ ਫਿਜ਼ੀਕਲ ਲੇਅਰ 'ਤੇ ਕੰਮ ਕਰਦਾ ਹੈ, ਡਾਟਾ ਲਿੰਕ ਲੇਅਰ 'ਤੇ ਕੰਮ ਕਰਦਾ ਹੈ। ਇਹ ਸਭ ਤੋਂ ਜ਼ਿਆਦਾ ਵਰਤੀ ਜਾਣ ਵਾਲੀ ਟੋਪੋਲੋਜੀ। ਪ੍ਰਸ਼ਨ ਆ ਸਕਦਾ ਕਿ ਸਾਰੇ ਟੋਪੋਲੋਜੀਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਟੋਪੋਲੋਜੀ ਕਿਹੜੀ ਵਰਤੀ ਜਾਂਦੀ? ਉਹ ਵਰਤੀ ਜਾਂਦੀ ਸਟਾਰ ਟੋਪੋਲੋਜੀ। ਇਸ ਤੋਂ ਬਾਅਦ ਆ ਗਿਆ ਟਰੀ ਟੋਪੋਲੋਜੀ। ਟਰੀ ਦੇ ਨਾਂ ਤੋਂ ਕਨਫਰਮ ਹੁੰਦਾ ਗਾ
इसका आकार एक दरख्त वर्गा होंदा है। ये एक स्टार टोपोलॉजी की एडवांस फेस है। देखो जिवें मान लो कि आप स्टार टोपोलॉजी पढ़ के गए हैं, स्टार टोपोलॉजी के विच स्विच के नाल आप घट्टो घट्ट वधों वध आप 8 कंप्यूटर अटैच कर सकते हैं, ठीक है। पर जी ट्री टोपोलॉजी है, ये करके आप उहदे नाल कितने कंप्यूटर कर सकते हैं, बहुत होर भी बहुत ज़्यादा कंप्यूटर आप ऐड कर सकते हैं। ध्यान नाल देखो, एक स्टार टोपोलॉजी का ही एडवांस फेस है। स्टार टोपोलॉजी आर एक्सटेंडेड टू ऐड द मैनी कंप्यूटर इज कॉल्ड एज टोपोलॉजी। ओके जी, आप ट्री टोपोलॉजी दियाँ फार्मा देखो, ट्री टोपोलॉजी है दरख्तों को बन गई ना ये, ठीक है। इस तो बाद आप गल करांगे रिंग टोपोलॉजी बारे। रिंग टोपोलॉजी की होंदी है, इसका आकार एक रिंग वर्गा होंदा है, डायमंड रिंग वर्गा होंदा, छांप नहीं पाउंदे जिहड़ी आपां उहदे वर्गा आकार होंदा है, ठीक है। ये टोपोलॉजी IBM ने बनाई सी। IBM की फुल फार्म याद कर लो, इंटरनैशनल बिजनेस मशीन ते काम करती है। इस ने बनाई सी, काम नहीं करती तो इन्हें बनाई सी। ये गलत टाइप हो गया, ये कंपनी एक IBM इन्होंने बनाई सी ये रिंग टोपोलॉजी। इस डाटा नोड टू नोड या PC तो PC जाता है, ठीक है। इसनूं टोकन रिंग भी कहते हैं। टोकन रिंग का की मतलब हैगा, जिस कोल टोकन पहला होगा, मतलब मैं कोई चीज़ सेंड करती, ठीक है, जो कंप्यूटर सब तो पहला वो चीज़ ले लूगा उही सारे भेजूगा, ठीक है। जेकर एक PC खराब हो गया तो सारा सिस्टम ही खराब हो जाता है जेकर, क्योंकि ये वैर आ गई आ वैर एक दूजे जुड़ी हुई है। देखो ध्यान नाल देखो, आ वैर लगियां हुई ये, ठीक है। जे एक वैर भी तो क्रैक होगी तो सारा सिस्टम ही खराब हो जाऊगा ये। पर बस टोपोलॉजी के कोई फर्क नहीं पैंदा। बस टोपोलॉजी के की फर्क की सी, बस टोपोलॉजी के जेकर तार खराब होंदी फिर सारा सिस्टम बैठूगा। रिंग टोपोलॉजी के ये होंदा कि जेकर एक कंप्यूटर खराब हो गया तो उन्होंने कोई फर्क नहीं पैंदा, पर ये जे कंप्यूटर खराब हो गया तो सारी सिस्टम बह जाऊगा अपना। आ रिंग टोपोलॉजी की उदाहरण भाई देख लो, आ ट्री टोपोलॉजी सी, ठीक है। रिंग टोपोलॉजी आ होगी, तो रिंग टोपोलॉजी का भी सेम प्रोसैस ही है। जे इतों कंप्यूटर की एक लाइन भी क्रैक होगी क्योंकि चक्कर बनया हुआ सारे एक दूजे अटैच है, तो भी सिस्टम सारा खराब हो जाऊगा। हुण एंड ते गल करांगे मैश टोपोलॉजी आर कंप्यूटर आर कनैक्टड टू ईच अदर। सारे कंप्यूटर आपस में एक दूजे नाल जुड़े हुए होंगे हैं, इन्होंने आप कहते हैं मैश टोपोलॉजी कहते हैं, ठीक है जी। ये ज़्यादातर जो बहुत ज़्यादा हार्ड काम हो उदों यूज किया जाता है। ये भी जेकर एक अद्धी वायर खराब हो गई तो सारा कंप्यूटर ये भी खराब हो जाता, सिस्टम सारी बह जाता है, ठीक है। कई बार पेपर के आ जाता कि ब्रिज की होंदा, डायरैक्ट ऑपरेशन आए हुए है, ब्रिज की होंदा। देखो ब्रिज बारे समझो, मैश टोपोलॉजी बारे तो एड्डी कोई चक्कर वाली गल है नहीं। तुसीं सब तो पहले इत्थों देखो, देख लो सब तो पहले आप की कुछ करिया वो देख लो, एक बार निगाह मार लो मोटी मोटी, इत्थे खाली पेज ले लेंगे। देखो सब तो पहले आप गल की पुत्रो कनैक्शन बारे। कनैक्शन दो तरह के होंगे है, किहड़े वायर्ड ते वायरलैस। जिहड़े वायर्ड होंगे है ये 3 तरह के होंगे है, कॉक्सीयल, ट्विस्टड, फाइबर ऑप्टिकल, ठीक है। जी कॉक्सीयल केबल होंगी अज के टाइम नहीं वरती जाती, ये 2 किस्म की होंगी है, ठीक है। 10/2 10/5, ठीक है। ट्विस्टड पेयर 2 तरह की होंगी है, UTP तो STP, ठीक है जी। ये लैंड नैटवर्क के वरती जाती है। जी फाइबर ऑप्टिकल फेबर होंगी है, ठीक है, ये भी 2 तरह की होंगी है, सिंगल तो डबल। जी सिंगल होंगी है, जेकर आप एक सिटी तो दूसरी सिटी के कनैक्शन देना तो सिंगल पाई जाऊगी, जे आप एक सिटी के अंदर ही कनैक्शन देना है तो फिर ये डबल पाई जाऊगी। ओके जी। तो यह कारी नैटवर्क के काम करती है, बैन एरिया नैटवर्क के काम करती है। ओके, जिहड़ियां दोनों केबल हैं ये कॉपर वायर पाई जाती होंगी है, ठीक है जी। एक तो आप ये गल करी सी। इस तो बाद आप गल की सी यूनीकास्ट बारे, मल्टीकास्ट बारे तो ब्रॉडकास्ट बारे। यूनीकास्ट के की सी चीज़ एक कंप्यूटर तो एक नूं ही जाती सी, मल्टीकास्ट के 1 टू मैनी जाती सी, ठीक है। तो जो तीसरा आ गया अपने को ब्रॉडकास्ट, ये जाती सी 1 टू आल। इन्हें डिफरेंस तुहानूं मैं दसता सी। देखो इस तो बाद आप गल की बस टोपोलॉजी की। बस टोपोलॉजी की सी, एक ऐ वायर लगी होंगी है, वो कंप्यूटर अटैच किए हुए होंगे है, ठीक है। ये कंप्यूटर काम करते ये करते CDMA ते CD ते कोई भी चीज़ आप सेंड करते हैं तो CDMA ते CD डिटैक्शन करता कि पहला कोई प्रोसैस जा तो नहीं रहा डाटा, जे तो जा रहा फिर तो उन्हें रुक जाता सी, जे नहीं जाता सी तो वो नाल दे नाल कंप्यूटर नूं भेज दिंदा सी। ये काहते काम करता, ये हाफ डुपलैक्स से काम करता। तो एक की होंदा सी, ब्रॉडकास्ट होंदा सी।
ਬਰੋਡਕਾਸਟਰ ਦਾ ਮਤਲਬ ਇਹ ਹੈ ਕਿ ਜੇਕਰ ਇੱਕ ਨੂੰ ਚੀਜ਼ ਭੇਜੀ ਜਾਂਦੀ ਸੀ ਅਤੇ ਇੱਕ ਵਾਰੀ ਚੀਜ਼ ਸੈਂਡ ਕਰਦੇ ਸਾਰੇ ਕੰਪਿਊਟਰਾਂ ਕੋਲ ਹੀ ਜਾਂਦੀ ਸੀ। ਠੀਕ ਹੈ, ਜੇਕਰ ਇਹਦੇ ਵਿੱਚ ਆਹ ਵਾਇਰ ਖਰਾਬ ਹੋ ਗਈ ਤਾਂ ਇਹਦਾ ਸਾਰਾ ਸਿਸਟਮ ਹੀ ਬਹਿ ਜਾਂਦਾ ਸੀ। ਓਕੇ, ਇਹ ਹੁੰਦੀ ਸੀ ਸਾਰਾ ਪ੍ਰੋਸੈਸ ਹੁੰਦਾ ਸੀ ਆਪਣਾ ਬੱਸ ਟੋਪੋਲੋਜੀ ਦੇ ਵਿੱਚ। ਦੁੱਗ 'ਤੇ ਆਪਾਂ ਕਰੀ ਸੀ ਸਟਾਰ ਟੋਪੋਲੋਜੀ। ਸਟਾਰ ਟੋਪੋਲੋਜੀ ਦੇ ਵਿੱਚ ਕੀ ਹੁੰਦਾ ਸੀ, ਸਭ ਤੋਂ ਪਹਿਲਾਂ ਤਾਂ ਆਪਾਂ ਹੱਬ ਯੂਜ ਕਰਦੇ ਸੀ। ਹੱਬ ਯੂਜ ਕਰਨੋਂ ਆਪਾਂ ਹਟ ਗਏ। ਠੀਕ ਹੈ, ਇੱਥੇ ਕੰਪਿਊਟਰ ਅਟੈਚ ਹੁੰਦੇ ਸੀ ਐਸਲੋਟ, ਅਤੇ ਇੱਥੇ ਹੱਬ ਹੁੰਦੀ ਸੀ, ਵਿਚਾਲੇ ਹੱਬ ਹੁੰਦੀ ਸੀ। ਇਹ ਹੱਬ ਦਾ ਕੀ ਕੰਮ ਸੀ, ਹੱਬ ਦੀ ਇੱਕ ਤਾਂ ਸਪੀਡ ਘੱਟ ਹੁੰਦੀ ਸੀ, ਇੱਕ ਇਹ ਹਾਫ ਡੂਪਲੈਕਸ ਦੇ ਕੰਮ ਕਰਦੇ ਕਿ ਜਿੰਨੇ 'ਚ ਇੱਕ ਡਾਟਾ ਪੂਰੀ ਤਰ੍ਹਾਂ ਕੰਪਲੀਟ ਨਹੀਂ ਹੁੰਦਾ ਜਾਂ ਦੂਜਾ ਪ੍ਰੋਸੈਸ ਨਹੀਂ ਜਾ ਸਕਦਾ ਸੀ। ਦੂਸਰੀ ਇਹ 'ਚ ਪ੍ਰਾਈਵੇਸੀ ਨਹੀਂ ਹੈਗੀ ਸੀ, ਜੇਕਰ ਆਪਾਂ ਇੱਕ ਬੰਦੇ ਨੂੰ ਚੀਜ਼ ਭੇਜਣੀ ਹੈ ਤਾਂ ਸਾਰੇ ਨੂੰ ਜਾਂਦੀ ਸੀ। ਠੀਕ ਹੈ, ਇਸ ਤੋਂ ਬਾਅਦ ਇਹਦੇ 'ਚ ਕੀ ਕਰਤਾ ਆਪਾਂ, ਸਵਿੱਚ ਪਾਤੀ ਵਿੱਚ। ਜੋ ਸਵਿੱਚ ਇੱਕ ਇਹ ਫਿਜ਼ੀਕਲ ਲੇਅਰ 'ਤੇ ਕੰਮ ਕਰਦੀ ਸੀ, ਜੇਕਰ ਸਿਗਨਲ ਮਿਲਦਾ ਸੀ ਫਿਰ ਹੀ ਕੰਮ ਕਰਦਾ ਸੀ, ਨਹੀਂ ਇਹ ਸਿਗਨਲ ਕੰਮ ਨਹੀਂ ਕਰਦਾ ਸੀ। ਇਹਦੇ ਵਿੱਚ ਸਵਿੱਚ ਦੇ ਵਿੱਚ ਕੀ ਪਤਾ ਇਹਨਾਂ ਨੇ, MAC ਪਾਤਾ, ਮੀਡੀਆ ਐਕਸੈਸ ਕੰਟਰੋਲ। ਇਹਦੇ ਨਾਲ ਜਦੋਂ ਵੀ ਇਹਨੂੰ ਕੋਈ ਡਾਟਾ ਮਿਲਦਾ ਇਹ ਆਪਣੇ ਆਪ ਹੀ ਚੱਕ ਲੈਂਦਾ ਸੀ, ਡਾਟਾ ਦੇ ਅੱਗੇ ਸੈਂਡ ਕਰ ਦਿੰਦਾ ਸੀ। ਠੀਕ ਹੈ, ਸਵਿੱਚ ਦੇ ਵਿੱਚ ਕਿਹੜਾ ਇਹ 'ਚ ਫੁੱਲ ਡੁਪਲੈਕਸ ਹੁੰਦਾ ਗਾ, ਇਹ ਫੁੱਲ ਡੁਪਲੈਕਸ ਦੇ ਕੰਮ ਕਰਦਾ, ਇਹਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ। ਠੀਕ ਹੈ, ਇਹ ਯਾਦ ਕਰ ਲਿਓ। ਸਵਿੱਚ ਅਤੇ ਪਲੱਸ ਹੱਬ ਤੋਂ ਮਿਲ ਕੇ ਕੀ ਬਣਿਆ ਸਟਾਰ ਟੋਪੋਲੋਜੀ। ਓਕੇ, ਹੁਣ ਤੀਸਰੇ ਨੰਬਰ 'ਤੇ ਆਪਾਂ ਪੜ੍ਹੀ ਸੀ ਟਰੀ ਟੋਪੋਲੋਜੀ। ਟਰੀ ਟੋਪੋਲੋਜੀ ਕੀ ਆ, ਇਹ ਐਡਵਾਂਸ ਰੂਪ ਆ ਕਾਹਦਾ, ਇਹ ਐਡਵਾਂਸ ਰੂਪ ਹੈ ਸਟਾਰ ਟੋਪੋਲੋਜੀ ਦਾ। ਜਿਵੇਂ ਸਟਾਰ ਟੋਪੋਲੋਜੀ ਵਿੱਚ 8 ਕੰਪਿਊਟਰ ਯੂਜ਼ ਕੀਤੇ ਜਾਂਦੇ ਤਾਂ ਇਹਦੇ ਵਿੱਚ ਟਰੀ ਟੋਪੋਲੋਜੀ ਯੂਜ਼ ਕਰਕੇ ਉਹਦੇ ਵਿੱਚ ਆਪਾਂ 15 ਤੋਂ 20 ਕੰਪਿਊਟਰ ਵੀ ਅਟੈਚ ਕਰ ਸਕਦੇ ਹਾਂ ਨਾਲ। ਇਸ ਤੋਂ ਬਾਅਦ ਆ ਗਈ ਰਿੰਗ ਟੋਪੋਲੋਜੀ। ਰਿੰਗ ਟੋਪੋਲੋਜੀ ਤੁਹਾਨੂੰ ਕਰਵਾ ਕੇ ਗਿਆ, ਇਹਦੀ ਸ਼ਕਲ ਡਾਇਮੰਡ ਰਿੰਗ ਵਰਗੀ ਹੁੰਦੀ ਸੀ। ਠੀਕ ਹੈ, ਇਹਦੀ ਸ਼ਕਲ ਕਾਹਦੀ ਵਰਗੀ ਹੁੰਦੀ ਸੀ, ਡਾਇਮੰਡ ਰਿੰਗ ਵਰਗੀ। ਆਪਾਂ ਆ ਜਾਂਦੇ ਪਿੱਛੇ, ਇਹ IBM ਨੇ ਬਣਾਈ ਸੀ। ਠੀਕ ਹੈ, ਕਿਹਨੇ ਬਣਾਈ ਸੀ, ਇਹ IBM ਨੇ ਬਣਾਈ ਸੀ। ਇੰਡੀਅਨ ਇਹ PC ਕੰਮ ਕਰਦੀ ਹੈ। ਠੀਕ ਹੈ, ਇਸ ਤੋਂ ਬਾਅਦ ਆਪਾਂ ਗੱਲ ਕਰਨੀ ਹੈ ਹੁਣ ਆਪਾਂ ਕਈ ਵਾਰੀ ਪ੍ਰੀਸ਼ਨ ਦੇ ਵਿੱਚ ਪੱਕਾ ਆ ਜਾਂਦਾ ਕਿ ਬ੍ਰਿਜ ਕੀ ਹੁੰਦਾ ਹੈਗਾ। ਬ੍ਰਿਜ ਦਾ ਮਤਲਬ ਹੁੰਦਾ ਪੰਜਾਬੀ ਦੇ ਵਿੱਚ ਸਮਝੀਏ ਤਾਂ ਆਪਾਂ ਪੁਲ। ਡਾਇਰੈਕਟ ਆ ਜਾਂਦਾ ਕਿ ਬ੍ਰਿਜ ਦਾ ਕੀ ਕੰਮ ਹੈ। ਜਿਵੇਂ ਕਿ ਆਪਣੇ ਕੋਲ ਇੱਧਰ ਇੱਕ ਨੈਟਵਰਕ ਹੈ, ਇੱਕ ਨੈਟਵਰਕ ਇੱਧਰ ਹੈ, ਇਹ ਦੋ ਨੈਟਵਰਕਾਂ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕੌਣ ਕਰਦਾ, ਬ੍ਰਿਜ ਕਰਦਾ। ਬ੍ਰਿਜ ਦਾ ਮਤਲਬ ਹੁੰਦਾ ਪੁਲ। ਠੀਕ ਹੈ, ਇਹੀ ਮਤਲਬ ਆ ਬਸ ਇਹਦਾ। ਇਸ ਵਾਰ ਮੈਂ ਟੋਪੋਲੋਜੀ ਤੁਸੀਂ ਯਾਦ ਕਰ ਲਓ। ਮੈਂ ਟੋਪੋਲੋਜੀ ਦੇ ਵਿੱਚ ਕੰਪਿਊਟਰ ਇੱਕ ਦੂਜੇ ਨਾਲ ਅਟੈਚ ਹੁੰਦੇ ਆ, ਬਸ ਕਿਹੜਾ ਨਾ ਯਾਦ ਕਰ ਲਓ। ਬ੍ਰਿਜ ਕੀ ਹੁੰਦਾ, ਦੇਖੋ ਲਿਖਿਆ ਹੋਇਆ ਬ੍ਰਿਜ ਟੂ ਡੂਜ ਕਨੈਕਟ ਟੂ ਲਾਈਨ ਸੈਗਮੈਂਟ ਆਰ ਕਨੈਕਟਡ। ਜੇ ਦੋ ਲਾਈਨਾਂ ਨੂੰ, ਜਿਵੇਂ ਇੱਕ ਲਾਈਨ 1 ਹੋ ਗਈ ਇੱਕ ਲਾਈਨ 2 ਹੋ ਗਈ, ਜੇ ਦੋਨੋਂ ਨੂੰ ਆਪਸ ਦੇ ਵਿੱਚ ਜੋੜਿਆ ਜਾਂਦਾ ਤਾਂ ਉਹ ਕਿਹਦਾ ਕੰਮ ਹੈਗਾ, ਬ੍ਰਿਜ ਦਾ ਕੰਮ ਆ। ਬਸ ਡਾਇਰੈਕਟ ਹੀ ਯਾਦ ਕਰ ਲਓ। ਠੀਕ ਹੈ, ਇਸ ਤੋਂ ਬਾਅਦ ਰੂਟਰ ਦਾ ਬਹੁਤ ਮਹੱਤਵਪੂਰਨ ਉਪਯੋਗ ਹੈ। ਰੂਟਰ ਪੇਪਰ ਦੇ ਵਿੱਚ ਬਹੁਤ ਪੁੱਛਿਆ ਜਾਂਦਾ। ਦੇ ਆਰ ਕਨੈਕਟਡ ਟੂ ਡਿਫਰੈਂਟ ਨੈਟਵਰਕ। ਰੂਟਰ ਕਿੱਥੇ ਲੱਗਿਆ ਹੁੰਦਾ, ਦੇਖੋ ਰੂਟਰ ਦਾ ਕੰਮ ਕੀ ਹੈ, ਜਿਵੇਂ ਆਪਾਂ ਮੇਰੇ ਕੋਲ ਜੀਓ ਦਾ ਸਿਮ ਹੈ, ਮੈਂ ਏਅਰਟੈਲ 'ਤੇ ਲਾਉਣਾ ਗਾ। ਠੀਕ ਹੈ, ਇਹ ਕੀ ਜਾਊਗੀ, ਆਪਣੀ ਰੇਂਜ ਸਿੱਧੀ ਜਾਊਗੀ ਟਾਵਰ 'ਤੇ। ਠੀਕ ਹੈ, ਟਾਵਰ ਜਾਊਗੀ, ਟਾਵਰ 'ਤੇ ਉੱਥੇ ਰੂਟਰ ਲੱਗਿਆ ਹੁੰਦਾ। ਰੂਟਰ ਕੀ ਕਰੂਗਾ, ਰੂਟਰ ਦੇਖੂਗਾ ਕਿ ਕਿਹੜੇ ਕਨੈਕਸ਼ਨ ਤੋਂ ਰੇਂਜ ਲੈ ਕੇ ਕਿੱਥੇ ਭੇਜਣੀ। ਰੂਟਰ ਦਾ ਕੰਮ ਹੁੰਦਾ ਇੱਕ ਰੇਂਜ ਨੂੰ ਦੂਸਰੀ ਰੇਂਜ ਕਨਵਰਟ ਕਰਨਾ। ਠੀਕ ਹੈ, ਜਿਵੇਂ ਆਪਾਂ ਕਹਿੰਦੇ ਕਿ ਜੀਓ ਤੋਂ ਜੀਓ ਫੋਨ ਦਾ ਫ੍ਰੀ ਹੁੰਦਾ ਗਾ, ਜਦੋਂ ਆਪਾਂ ਜੀਓ ਤੋਂ ਏਅਰਟੈਲ 'ਤੇ ਲਾਉਂਦੇ ਤਾਂ ਉਦੋਂ ਪੈਸੇ ਪੈਣ ਲੱਗ ਜਾਂਦੇ। ਉਹ ਸਾਰਾ ਕੰਮ ਰੂਟਰ ਦੇ ਵਿੱਚ ਸੈੱਟ ਕਰਿਆ ਵਾ ਹੁੰਦਾ ਗਾ। ਠੀਕ ਹੈ, ਰੂਟਰ ਦਾ ਕੀ ਕੰਮ ਹੈ, ਜਦੋਂ ਐਸ ਲੋਡ ਵੱਜੀ ਚੀਜ਼ ਰੇਂਜ ਫੋਨ ਲਾਇਆ ਕਿਸੇ ਨੂੰ, ਰੂਟਰ 'ਤੇ ਜਾਊਗਾ। ਰੂਟਰ ਗਾਹਾਂ ਜਾ ਕੇ ਉਹ ਨੈਟਵਰਕ ਨੂੰ ਅੱਗੇ ਭੇਜੂਗਾ ਜਿਹੜੇ ਕਨੈਕਸ਼ਨ 'ਤੇ ਆਪਾਂ ਕਾਲ ਕੀਤੀ ਹੈ। ਰੂਟਰ ਦਾ ਕੰਮ ਕੀ ਹੈ, ਕਨੈਕਸ਼ਨ ਨੂੰ ਬਦਲਣਾ ਨੈਟਵਰਕ ਨੂੰ। ਦੇ ਆਰ ਕਨੈਕਟਡ ਟੂ ਡਿਫਰੈਂਟ ਨੈਟਵਰਕ। ਜਿਹੜੇ ਆਪਾਂ ਆਪਣੇ ਮੋਬਾਇਲ ਆ ਹੈ ਨਾ, ਕਿਤੇ ਆਪਾਂ ਏਅਰਟੈਲ 'ਤੇ ਲਾ ਲਿਆ, ਕਿਤੇ ਆਪਾਂ ਵੋਡਾਫੋਨ 'ਤੇ ਲਾ ਲਿਆ, ਕਦੇ ਏਡੀਆ 'ਤੇ ਲਾ ਲਿਆ। ਜਦੋਂ ਆਪਾਂ ਕਿਸੇ ਇੱਕ ਨੈਟਵਰਕ ਤੋਂ ਕਿਸੇ ਅਦਰ ਨੈਟਵਰਕ ਦੇ ਵਿੱਚ ਜਾਂਦੇ ਹਾਂ, ਜਦੋਂ ਆਪਾਂ ਕਿਸੇ ਇੱਕ ਨੈਟਵਰਕ ਤੋਂ ਕਿਸੇ ਅਦਰ ਨੈਟਵਰਕ ਦੇ ਵਿੱਚ ਜਾਂਦੇ ਹਾਂ ਤਾਂ ਉਹ ਜਿਹੜਾ ਨੈਟਵਰਕ ਆਪਣਾ ਬਦਲਦਾ ਗਾ, ਉਹ ਕੌਣ ਬਦਲਦਾ ਗਾ, ਰੂਟਰ ਬਦਲਦਾ। ਦੇ ਆਰ ਕਨੈਕਟਡ ਡਿਫਰੈਂਟ ਨੈਟਵਰਕ। ਇਹ ਅਲੱਗ-ਅਲੱਗ ਨੈਟਵਰਕ ਨੂੰ ਕਨੈਕਟ ਕਰਦਾ ਹੈ। ਠੀਕ ਹੈ, ਆਹ ਲਿਖਿਆ ਹੋਇਆ ਤੁਹਾਨੂੰ। ਰੂਟਰ ਕਾਹਦੇ ਕੰਮ ਕਰਦਾ, ਰੂਟਰ ਫਾਈਂਡ ਦਾ ਬੈਸਟ ਪਾਥ ਆਫ ਡੈਸਟੀਨੇਸ਼ਨ। ਇੱਕ ਰੂਟਰ ਦਾ ਇਹ ਵੀ ਕੰਮ ਹੈਗਾ ਕਿ ਮਤਲਬ ਆਪਾਂ ਕਿਸੇ ਨੂੰ ਫੋਨ ਲਾਇਆ, ਠੀਕ ਹੈ, ਤਾਂ ਆਪਣੇ ਕੋਲ ਰੇਂਜ ਘੱਟ ਹੈਗੀ। ਠੀਕ ਹੈ, ਆਪਾਂ ਬੱਸ 'ਤੇ ਜਾਂਦੇ ਹੈਗੇ, ਹੁਣ ਜਾਂ ਬੱਸ 'ਤੇ ਮੋਟਰਸਾਈਕਲ ਜਾ ਰਹੇ ਹਾਂ ਤਾਂ ਹੁਣ ਆਪਣੇ ਪਿੰਡ ਦਾ ਟਾਵਰ ਹੈਗਾ ਸੀ। ਠੀਕ ਹੈ, ਆਪਣੇ ਪਿੰਡ ਦਾ ਟਾਵਰ ਹੈਗਾ ਸੀ ਜਦੋਂ ਆਪਾਂ ਫੋਨ ਲਾਇਆ ਗਾ, ਪਰ ਜਦੋਂ ਆਪਾਂ ਕਿਤੇ ਅੱਗੇ ਜਾ ਰਹੇ ਹਾਂ ਉੱਥੇ ਤਾਂ ਹੁਣ ਆਪਾਂ ਨੂੰ ਕੀ ਪਤਾ ਉੱਥੇ ਟਾਵਰ ਕਿੱਥੇ ਕੁ ਹੈਗਾ। ਠੀਕ ਹੈ, ਤਾਂ ਉਹ ਸਾਰਾ ਕੰਮ ਸਰਚ ਕਰਨਾ, ਜਦੋਂ ਆਪਾਂ ਕਿਸੇ ਨੂੰ ਫੋਨ ਲਾਉਂਦੇ ਉਹ ਸਾਰਾ ਕੰਮ ਸਰਚ ਕਰਨਾ ਰੂਟਰ ਦਾ ਹੁੰਦਾ। ਰੂਟਰ ਹੀ ਆਪ ਨੂੰ ਰੇਂਜ ਭਾਲ ਕੇ ਦਿੰਦਾ ਗਾ। ਠੀਕ ਹੈ ਨਾ, ਰੂਟਰ ਹੀ ਆਪ ਨੂੰ ਰੇਂਜ ਪ੍ਰੋਵਾਈਡ ਕਰਦਾ ਗਾ। ਰੂਟਰ ਕਾਹਦੇ ਕੰਮ ਕਰਦਾ, ਰੂਟਰ ਕੰਮ ਕਰਦਾ IP ਐਡਰੈਸ 'ਤੇ। ਠੀਕ ਹੈ, ਆਹ ਰੂਟਰ ਦੀ ਐਗਜ਼ਾਮਪਲ ਹੈ। ਠੀਕ ਹੈ, ਇੱਕ ਰੂਟਰ ਨਾਲ ਆਪਾਂ ਬਹੁਤ ਸਾਰੇ ਮੋਬਾਈਲ ਨੈਟਵਰਕ ਅਟੈਚ ਕਰ ਸਕਦੇ ਹਾਂ ਰੂਟਰ ਦੇ ਨਾਲ। ਠੀਕ ਹੈ, ਜਿਵੇਂ ਆਹ ਵੋਡਾਫੋਨ ਹੋ ਗਿਆ, ਆਹ ਆਈਡੀਆ ਹੋ ਗਿਆ, ਆਹ ਏਅਰਟੈਲ ਹੋ ਗਿਆ, ਜੀਓ ਹੋ ਗਿਆ,
ਇਸ ਤਰ੍ਹਾਂ ਨਾਲ, ਠੀਕ ਹੈ। ਸਾਰੇ ਕੰਪਿਊਟਰ ਇੱਕ ਦੂਜੇ ਨਾਲ, ਸਾਰੇ ਨੈਟਵਰਕਾਂ ਨੂੰ ਇੱਕ ਦੂਜੇ ਤੱਕ ਪਹੁੰਚਾਉਣ ਦਾ ਕੰਮ ਕਿਹਦਾ ਹੈਗਾ, ਰੂਟਰ ਦਾ ਹੈਗਾ, ਠੀਕ ਹੈ। ਓਕੇ ਜੀ, ਅਤੇ ਬਸ ਇਹ ਆਪਣਾ ਲੈਕਚਰ ਕੰਪਲੀਟ ਹੋ ਗਿਆ ਭਾਈ। ਅਤੇ ਵੀਡੀਓ ਲਾਈਕ ਕਰ ਦਿਓ ਧਿਆਨ ਨਾਲ, ਠੀਕ ਹੈ। ਬਾਕੀ ਤੁਹਾਨੂੰ ਮੇਰੀ ਫੋਟੋ ਦਿਖਾ ਦਿੰਦੇ ਆ, ਤੁਸੀਂ ਬਾਹਲੇ ਕਹੀ ਜਾਂਦੇ ਸੀ ਫੋਟੋ ਦਿਖਾਓ, ਦੇਖ ਲਓ। ਇੱਕ ਤਾਂ ਭਾਈ ਆਹ ਫੋਟੋ ਆ ਮੇਰੀ, ਠੀਕ ਹੈ ਜੀ। ਇੱਕ ਆਹ ਦੇਖ ਲਓ ਭਾਈ, ਠੀਕ ਹੈ। ਇਹ ਮੇਰੀਆਂ ਫੋਟੋਆਂ ਹੀ ਹੈਗੀਆਂ, ਤੁਸੀਂ ਬਾਹਲੇ ਕਹੀ ਜਾਂਦੇ ਸੀ ਦੇਖਣਾ, ਠੀਕ ਹੈ ਜੀ। ਖੁਸ਼ ਹੋ ਹੁਣ ਕਿਸੇ ਚੀਜ਼ ਦੀ ਘਾਟ ਤਾਂ ਨਹੀਂ ਰਹੀ। ਹੁਣ ਚੁੱਪ ਕਰਕੇ ਬੰਦਿਆਂ ਕੋਲ ਸਟੱਡੀ ਕਰ ਲਓ ਸਾਰੇ, ਠੀਕ ਹੈ ਜੀ। ਓਕੇ ਦੋਸਤੋ, ਇੱਕ ਵੀਡੀਓ ਵੱਧ ਤੋਂ ਵੱਧ ਲਾਈਕ ਕਰ ਦਿਓ ਅਤੇ ਸ਼ੇਅਰ ਕਰ ਦਿਓ, ਠੀਕ ਹੈ ਜੀ। ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਸਦੇ ਰਹੋ।